ਗੋਲੀ ਮਾਰ ਦਿੰਦੇ। ਅੱਜ ਵੀ ਮੇਰਾ ਸਾਰਿਆਂ ਨੂੰ ਇਹੀ ਚੈਲੰਜ ਹੈ ਵੀ ਤੁਸੀਂ ਮੈਨੂੰ ਉੱਥੇ ਇੱਕ ਵਾਰ ਲੈ ਕੇ ਜਾਓ ਜੇ ਤੁਹਾਡੇ 'ਚ ਨਹੀਂ ਦਮ। ਇਸ ਵਕਤ ਆਪਾਂ ਗੁਰਦੁਆਰਾ ਸਾਹਿਬ ਦੀ ਪਾਵਨ ਇਮਾਰਤ ਜਿਹੜੀ ਹੈ ਉਸ ਦੇ ਅੰਦਰ ਖੜੇ ਆ। ਇੱਥੇ ਸਾਰੇ ਗੁਰਮੁਖੀ ਪਿਆਰੇ ਖੜੇ ਨੇ। ਪਹਿਲੇ ਦਿਨ ਵੀ ਜਦੋਂ ਅਸੀਂ ਆਏ ਆਂਗੇ ਪ੍ਰਧਾਨ ਸਾਹਿਬ ਨੇ ਬੱਬੀ ਸਿੰਘ ਜੀ ਇਹ ਸਤਿਕਾਰਯੋਗ ਨੇ, ਸਾਡੇ ਬੜੀ ਵੱਡੀ ਭੂਮਿਕਾ ਏਰੀਏ ਦੇ ਵਿੱਚ ਮੁੱਖ ਤੌਰ ਇੱਕ ਸਮਾਜ ਸੇਵਕ ਦੇ ਤੌਰ ਤੇ ਵਿਚਰਦੇ ਨੇ। ਸਾਬਕਾ ਮੈਂਬਰ ਪੰਚਾਇਤ ਨੇ ਸਾਡੇ ਕੋਲ, ਇਹ ਮੈਡਮ ਖੜੇ ਨੇ। ਤੇ ਇਹ ਗੁਰਮੁਖ ਪਿਆਰੇ ਜਿਨ੍ਹਾਂ ਨਾਲ ਅਸੀਂ ਸੰਗਤ ਦੇ ਰੂਬਰੂ ਕਰਨੇ ਚਾਹੁੰਦੇ ਆ, ਭਾਈ ਹਰਪ੍ਰੀਤ ਸਿੰਘ, ਮਲਵਿੰਦਰ ਸਿੰਘ ਤੇ ਇਹ ਨੌਜਵਾਨ ਨੇ ਮੁੱਖ ਤੌਰ ਤੇ ਇੱਧਰ ਖੜੇ ਨੇ, ਜਿਨ੍ਹਾਂ ਨੇ ਉਸ ਪੌੜੀਆਂ ਤੋਂ ਚੜ੍ਹ ਕੇ ਬਲਦੀ ਅੱਗ ਦੇ ਵਿੱਚ ਜਦੋਂ ਇਹ ਗੈਸ ਦਾ ਇੱਕ ਗੁਬਾਰਾ ਬਣਿਆ ਸੀ, ਪੂਰੀ ਇਮਾਰਤ ਗੈਸ ਦਾ ਗੁਬਾਰਾ ਬਣਿਆ ਸੀ, ਤੇ ਉਹਨਾਂ ਪੌੜੀਆਂ ਤੋਂ ਚੜ੍ਹ ਕੇ ਇਹਨਾਂ ਨੇ ਨੌਜਵਾਨਾਂ ਨੇ ਕਿਸ ਤਰ੍ਹਾਂ ਦੀ ਉਹ ਸਥਿਤੀ ਸੀ, ਕੀ ਹਾਲਾਤ ਸਨ, ਕੀ ਇਹਨਾਂ ਤੇ ਬੀਤੀ, ਆਪਾਂ ਇਹਨਾਂ ਤੋਂ ਸੁਣਦੇ ਹਾਂ ਕਿਉਂਕਿ ਬੜੇ ਅਪਸ਼ਬਦ ਸੁਣਨ ਨੂੰ ਮਿਲੇ ਨੇ ਇਹਨਾਂ ਨੌਜਵਾਨਾਂ ਨੂੰ, ਇਸ ਪ੍ਰਧਾਨ ਸਾਹਿਬ ਨੂੰ ਗੁਰੂ ਘਰ ਦੇ ਗ੍ਰੰਥੀ ਸਾਹਿਬ ਨੂੰ। ਤੇ ਜਿਹੜੇ ਲੋਕਾਂ ਨੇ ਉਹ ਬੋਲ ਕਬੋਲ ਬੋਲੇ ਨੇ, ਹੁਣ ਤੁਸੀਂ ਸੁਣਿਓ ਵੀ ਕਿਹੜੇ ਕਿਹੜੇ ਬੰਦੇ ਨੇ ਕੀ ਸ਼ਬਦ ਵਰਤੇ ਨੇ। ਸਾਡਾ ਇਸ ਦਾ ਮਕਸਦ ਸਾਡਾ ਇਸ ਦਾ ਇਹ ਨਹੀਂ ਕਿ ਅਸੀਂ ਕਿਸੇ ਨੂੰ ਬਦਨਾਮ ਕਰੀਏ, ਪਰ ਜਿਹੜੀ ਸੰਗਤ ਹੈ, ਜਿਹੜਾ ਪੂਰੀ ਦੁਨੀਆ ਨਾਨਕ ਨਾਮ ਲੈਵਾ ਸੰਗਤ ਹੈ, ਗੁਰੂ ਸਾਹਿਬ ਦੀ ਸੰਗਤ ਹੈ, ਉਸ ਨੂੰ ਪਤਾ ਹੋਣਾ ਚਾਹੀਦਾ ਕੌਣ ਕੀ ਕਰ ਰਿਹਾ। ਪ੍ਰਧਾਨ ਸਾਹਿਬ, ਜਿਸ ਦਿਨ ਪਹਿਲੇ ਦਿਨ ਇਹ ਘਟਨਾ ਘਟੀ ਹੈ, ਤੁਸੀਂ ਕਿੱਥੇ ਸੀ ਤੇ ਤੁਹਾਡੀ ਉਸ ਦਿਨ ਕੀ ਭੂਮਿਕਾ ਰਹੀ? ਮੈਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਉਸ ਟਾਈਮ ਖੇਤਾਂ 'ਚ ਜੀ ਹਾਂਜੀ, ਮੈਨੂੰ ਸਾਹਮਣੇ ਵਰਕਸ਼ਾਪ ਵਾਲੇ ਮਿਸਤਰੀ ਨੇ, ਮੈਂਬਰ ਹੈ ਜੀ ਮੁੰਡਾ ਕਮੇਟੀ ਦਾ, ਉਹਨੇ ਫੋਨ ਕੀਤਾ ਜੀ, ਤੁਰੰਤ ਅਸੀਂ ਉੱਥੋਂ ਭੱਜੇ ਜੀ। ਜਦੋਂ ਤੁਸੀਂ ਆਏ ਉਦੋਂ ਤੱਕ ਪਵਿੱਤਰ ਸਰੂਪ ਬਾਹਰ ਨਿਕਲ ਚੁੱਕੇ ਸਨ ਜਾਂ ਨਹੀਂ ਜੀ, ਉਦੋਂ ਅੱਗੇ ਬੁਝਾ ਰਹੇ ਸੀ ਜੀ ਅਸੀਂ। ਅੱਗ ਬੁਝਾ ਰਹੇ? ਹਾਂਜੀ, ਆਲੇ ਦੁਆਲੇ ਸਾਰੇ ਸ਼ੀਸ਼ੇ ਭੰਨ ਕੇ ਜੀ, ਪਾਣੀ ਵਾਲੀਆਂ ਸਮਰਸੀਬਲਾਂ ਚਲਾਈਆਂ, ਲੱਭੋ ਘਰਾਂ ਵਾਲਿਆਂ ਨੂੰ, ਸਾਰੇ ਨਗਰ ਨੇ ਬਹੁਤ ਜ਼ਿਆਦਾ ਟੁੱਟ ਕੇ ਸੇਵਾ ਕੀਤੀ। ਠੀਕ ਹੈ। ਹਾਂਜੀ, ਜਿਸ ਵਕਤ ਇੱਥੇ ਅੰਦਰ ਅੱਗ ਲੱਗੀ ਹੋਈ ਸੀ, ਮੁੱਖ ਤੌਰ ਤੇ ਜਿਵੇਂ ਤੁਸੀਂ ਨੌਜਵਾਨ ਹੋ, ਇੱਕ ਦੋ ਨੌਜਵਾਨ ਬਾਹਰ ਸ਼ਾਇਦ ਸੇਵਾ ਕਰਨ ਗਏ ਹੋਏ ਨੇ, ਤਾਂ ਉਸ ਟਾਈਮ ਤੁਹਾਡੀ ਕੀ ਭੂਮਿਕਾ ਸੀ, ਕੀ ਕੁਛ ਆਲੇ ਦੁਆਲੇ ਗੱਲਬਾਤ ਹੋਈ? ਗੱਲਬਾਤ ਕੀ, ਜਦੋਂ ਸਟਾਰਟਿੰਗ 'ਚ ਅੱਗ ਲੱਗੀ ਹੈ ਜੀ, ਉਦੋਂ ਅਸੀਂ ਘਰ ਬੈਠਿਆ ਸੀ ਮੈਂ, ਤੇ ਮੇਰੇ ਗੁਆਂਢੀ ਚਾਚੀ ਜੀ ਨੇ, ਉਹਨਾਂ ਨੇ ਮੈਨੂੰ ਆਵਾਜ਼ ਮਾਰੀ, ਕਹਿੰਦੀ ਗੁਰਦੁਆਰੇ ਅੱਗ ਲੱਗਾ। ਅਸੀਂ ਸਿਰ ਤੇ, ਚਲੋ ਇੰਨਾ ਟਾਈਮ ਹੀ ਨਹੀਂ ਸੀ ਕਿ ਅਸੀਂ ਕੁਛ ਸਿਰ ਤੇ ਲੈ ਕੇ ਭੱਜੀਏ ਜਾਂ ਕੁਛ ਵੀ, ਤੇ ਅਸੀਂ ਇੱਦਾਂ ਹੀ ਆਏ। ਇੱਥੇ ਦੋ ਸਾਡੇ ਨਾਲ ਪਿੰਡ ਦੇ ਮੁੰਡੇ, ਦੋ ਤਿੰਨ ਹੋਰ, ਉਹ ਕੋਸ਼ਿਸ਼ ਕਰ ਰਹੇ ਤੇ ਪਾਣੀ ਦੀਆਂ ਬਾਲਟੀਆਂ ਲੈ ਕੇ ਵੀ ਅੱਗ ਬੁਝਾਉਣ ਦੀ। ਜਦੋਂ ਅਸੀਂ ਇਹ ਗੇਟ ਖੋਲ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤਾਂ ਅੰਦਰ ਇੰਨਾ ਕੁ ਧੂੰਆਂ ਸੀ ਵੀ ਸ਼ਾਇਦ ਜੇ ਕੋਈ ਅੰਦਰ ਵੜ ਜਾਂਦਾ ਤਾਂ ਉਹ ਵੀ ਸਾਨੂੰ ਉਮੀਦ ਨਹੀਂ ਸੀ ਵੀ ਉਹ ਬਚ ਸਕਦਾ। ਅਸੀਂ ਉੱਥੇ ਪਾਣੀ ਦੇ ਪਾਈਪ ਲਾਏ, ਜਦ ਕਿ ਇੱਥੋਂ ਕੁਝ ਨਹੀਂ ਦਿਖ ਰਿਹਾ ਸੀ ਵੀ ਅੱਗ ਕਿਸ ਜਗ੍ਹਾ 'ਤੇ ਲੱਗੀ ਹੋਈ ਹੈ, ਅੱਗ ਦਾ ਪਤਾ ਨਹੀਂ ਲੱਗ ਰਿਹਾ ਸੀ। ਉੱਥੋਂ ਅਸੀਂ ਬੈਠ ਕੇ ਪਾਣੀ ਦੇ ਪਾਈਪ ਨਾਲ ਪ੍ਰੈਸ਼ਰ ਮਾਰਿਆ, ਇੱਥੇ ਮਹਾਰਾਜ ਸਰੂਪ ਜਿੱਥੇ ਸੋਭਤ ਸੀ ਉਸ ਜਗ੍ਹਾ 'ਤੇ ਥੋੜ੍ਹੀ ਜਿਹੀ ਅੱਗ ਦਿਖ ਰਹੀ ਸੀ, ਬਾਕੀ ਕੁਝ ਨਹੀਂ। ਉਹ ਬੁਝਾਈ, ਉੱਧਰੋਂ ਮੁੰਡੇ ਬਾਹਰ ਦੀ ਗਏ, ਉਹਨਾਂ ਨੇ ਸ਼ੀਸ਼ੇ ਭੰਨੇ, ਗੈਸ ਜਦੋਂ ਥੋੜ੍ਹਾ ਜਿਹਾ ਧੂੰਆਂ ਘੱਟ ਹੋਇਆ, ਫਿਰ ਅਸੀਂ ਆ ਕੇ ਅੰਦਰ ਇੱਥੇ ਜੋ ਕੁਰਸੀਆਂ ਸੀ ਉਹ ਜਦੋਂ ਅਸੀਂ ਖਿੱਚੀਆਂ ਨੇ ਉਹ ਇੰਨੀਆਂ ਕੁ ਗਰਮ ਤੀਆਂ ਵੀ ਉਹਨਾਂ ਨੂੰ ਹੱਥ ਪਾਉਣ ਲੱਗੇ ਵੀ ਕਿਹੜਾ ਹੱਥ ਮੱਚਦੇ ਸੀ। ਫਿਰ ਅਸੀਂ ਅੰਦਰ ਵੜਨ ਤੋਂ ਬਾਅਦ ਆ ਖਿੜਕੀਆਂ ਖੋਲੀਆਂ, ਖਿੜਕੀਆਂ ਵੀ ਪੂਰੀਆਂ ਤਰ੍ਹਾਂ, ਜਿਹੜੇ ਮਹਾਰਾਜ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ, ਫਿਰ ਉਹ ਤੁਸੀਂ ਚੱਕ ਕੇ ਲਏ ਉੱਪਰੋਂ? ਜਿਹੜੇ ਨਹੀਂ, ਜਿਵੇਂ ਦੇਖੋ ਹੁਣ ਜਿਵੇਂ ਇੱਥੇ ਕਹਿ ਰਹੇ ਨੇਗੇ, ਇਹ ਆ ਕੇ ਜਥੇਬੰਦੀਆਂ ਦੇ ਆਗੂ ਬੋਲ ਰਹੇ ਨੇਗੇ, ਇਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਹੋਇਆ ਜਾਂ ਕੁਝ ਨਹੀਂ ਕਰਿਆ ਹੋਇਆ। ਉਸ ਜਗ੍ਹਾ 'ਤੇ ਮੈਂ ਖੜਾ, ਗੁਰੂ ਘਰ 'ਚ ਖੜਾਂਗਾ। ਉੱਥੇ ਜਦੋਂ ਉੱਪਰੋਂ ਇਹ ਮੁੰਡਿਆਂ ਨੇ ਮਹਾਰਾਜ ਸਰੂਪ ਨੀਚੇ ਫੜਾਉਣੇ ਸ਼ੁਰੂ ਕੀਤੇ ਤਾਂ ਇੱਕ ਜੋ ਮੁੰਡਾ ਫੜ ਰਿਹਾ ਸੀ ਉਹਨੇ ਮੈਨੂੰ ਕਿਹਾ, ਕਹਿੰਦਾ ਲਓ ਮਹਾਰਾਜ ਦੇ ਸਰੂਪ, ਜਦ ਕਿ ਮੇਰਾ ਸਿਰ ਨੰਗਾ ਸੀ। ਇੰਨਾ ਕੁ ਸਾਨੂੰ ਧਿਆਨ ਹੈਗਾ ਕਿ ਅਸੀਂ ਮਹਾਰਾਜ ਸਰੂਪ ਨੰਗੇ ਸਿਰ ਚੱਕਣੇ ਨੇ ਜਾਂ ਨਹੀਂ, ਸਿਰ ਤੇ ਆਪਣੇ ਉਹ ਰੱਖਣੇ ਨੇਗੇ। ਮੈਂ ਉਹਨਾਂ ਨੂੰ ਮਨਾ ਕੀਤਾ ਵੀ ਨਹੀਂ। ਮੈਂ ਮੁੰਡਿਆਂ ਨੂੰ ਬੁਲਾਇਆ ਜਿਨ੍ਹਾਂ ਦੇ ਪੱਗਾਂ ਜਾਂ ਪਰਨੇ ਸੀ, ਮੇਰੇ ਕੋਲੇ ਵੀਡੀਓ ਪਈ ਆ, ਤੁਹਾਨੂੰ ਦਿਖਾ ਦਾਂਗੇ ਅਸੀਂ ਜਦੋਂ ਸੇਸ ਸਰੂਪ ਲੈ ਕੇ ਜਾ ਰਹੇ ਨੇਗੇ। ਮਤਲਬ ਤੁਹਾਡੇ ਬਾਰੇ ਬੋਲਿਆ ਗਿਆ ਵੀ ਇਹ ਰੋਡਾ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਚੁੱਕਦਾ ਫਿਰੇ? ਜਥੇਬੰਦੀਆਂ ਵੱਲੋਂ ਕਿਹਾ ਗਿਆ ਵੀ ਇਹਨਾਂ ਦੇ ਕੋਈ ਅੰਮ੍ਰਿਤਧਾਰੀ ਨਹੀਂ, ਕੁਝ ਨਹੀਂ ਹੈਗੇ। ਜਿਸ ਤਰ੍ਹਾਂ ਦੀ ਗੱਲ ਇਹ ਨੌਜਵਾਨ ਕਰ ਰਿਹਾ ਹੈ, ਇੱਥੇ ਅਸੀਂ ਇੱਕ SGPC ਦੇ ਸਾਡੇ ਮਾਣਯੋਗ ਪ੍ਰਧਾਨ ਸਾਹਿਬ ਨੇ, ਬਾਕੀ ਸਮੂਹ ਸ਼੍ਰੋਮਣੀ ਕਮੇਟੀ ਹੈ ਜਾਂ ਜਿਹੜੀਆਂ ਸੰਗਤਾਂ ਨੇ, ਉਹਨਾਂ 'ਚ ਇੱਕ ਸਵਾਲ ਵੀ ਰੱਖਣਾ ਚਾਹੁੰਦੇ ਹਾਂ। ਜੇਕਰ ਅਜਿਹੀ ਘਟਨਾ ਹੋ ਜਾਂਦੀ ਹੈ ਕਿ ਜਿਹੜਾ ਨੌਜਵਾਨ ਕਹਿ ਲਈਏ ਪਤਿੱਤੇ, ਜਿਸ ਤਰ੍ਹਾਂ ਸਾਡੇ ਰਹਿਤ ਮਰਿਆਦਾ ਉਸ ਦੇ ਮੁਤਾਬਕ ਕਿ ਉਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਉਹ ਉਠਾ ਸਕਦੇ ਨੇ, ਉਹ ਹੱਥ ਲਾ ਸਕਦੇ ਨੇ, ਚੁੱਕ ਕੇ ਬਾਹਰ ਲਿਆ ਸਕਦੇ ਨੇ ਕਿ ਨਹੀਂ, ਇਹ SGPC ਦੇ ਜਿੰਨੇ ਵੀ ਇਸ ਟਾਈਮ ਜ਼ਿੰਮੇਵਾਰ ਲੋਕ ਨੇ ਉਹ ਇਸ ਪੁਆਇੰਟ ਨੂੰ ਨੋਟ ਜ਼ਰੂਰ ਕਰਨਾ, ਕਿਉਂਕਿ ਉਸ ਵਕਤ ਜਿਸ ਤਰ੍ਹਾਂ ਦੇ ਹਾਲਾਤ ਸਨ, ਜਿਸ ਤਰ੍ਹਾਂ ਇਸ 'ਤੇ ਦੋਸ਼ ਲਾਏ ਜਾ ਰਹੇ ਨੇ, ਪਰ ਅਸੀਂ ਸੰਗਤ ਨੂੰ ਹੀ ਪੁੱਛਾਂਗੇ ਕਿ ਇਸ ਨੌਜਵਾਨ ਨੂੰ ਕਰਨਾ ਕੀ ਚਾਹੀਦਾ ਸੀ। ਬੇਸ਼ੱਕ ਇਹਨਾਂ ਨੇ ਹੱਥ ਨਹੀਂ ਲਾਇਆ, ਮਰਿਆਦਾ ਦਾ ਖਿਆਲ ਰੱਖਿਆ, ਉੱਪਰੋਂ ਇਹ ਗੁਬਾਰਾ ਬਣਿਆ ਪਿਆ, ਅੰਦਰ ਗੁਰੂ ਇਮਾਰਤ ਜਿਹੜੀ ਇੱਥੇ ਦਿਸਦਾ ਕੁਛ ਨਹੀਂ। ਤੇ ਇਹ ਇੱਕ ਹੋਰ ਨੌਜਵਾਨ ਨੇ ਹਰਪ੍ਰੀਤ ਸਿੰਘ ਜੀ, ਜਦੋਂ ਇਹ ਜਿਵੇਂ ਵੀਰ ਦੱਸ ਰਹੇ ਨੇ, ਇਹ ਚਰਚਾ ਹੋਈ ਹੈ,
ਤੁਸੀਂ ਉਸ ਟਾਈਮ ਕਿੱਥੇ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 6 ਸਰੂਪ ਜਿਹੜੇ ਸੁਰੱਖਿਅਤ ਬਚੇ ਨੇ, ਉੱਥੇ ਕਿੰਨੀ ਕੁ ਅੱਗ ਲੱਗੀ ਸੀ? ਤੁਸੀਂ ਕਿੱਥੇ ਸੀ ਉਸ ਟਾਈਮ? ਮੈਂ ਉਸ ਟਾਈਮ ਸੱਚਖੰਡ ਦੇ ਵਿੱਚ ਸੀ। ਅੱਛਾ, ਅੰਦਰ ਤੁਸੀਂ ਸੀ ਮੈਂ। ਉੱਪਰ ਚੜੇ ਸੀ? ਉੱਪਰ ਚੜਿਆ ਹੋਇਆ ਸੀ ਮੈਂ। ਠੀਕ ਹੈ। ਮੈਂ ਉੱਪਰ ਮਹਾਰਾਜ ਦੇ ਸਰੂਪ ਨੂੰ ਚੱਕ ਕੇ ਹੱਥਾਂ ਨਾਲ ਜੀ ਨੀਚੇ ਫੜਾ ਰਿਹਾ ਸੀ। ਜੀ। ਪੌੜੀਆਂ 'ਚ ਮੁੰਡੇ ਖੜੇ ਸੀ, ਉਹਨਾਂ ਨੇ ਗਾਹਾਂ ਨੀਚੇ ਪਹੁੰਚਦੇ ਹੌਲੀ ਹੌਲੀ ਕਰਦੇ ਸਿੱਧੇ ਸਰੂਪ ਬਾਹਰ ਕੱਢੇ ਸੀ। ਠੀਕ ਹੈ। ਉਸ ਤੋਂ ਬਾਅਦ ਸਾਡਾ ਫੋਕਸ ਡੀਵੀਆਰ ਵੱਲ ਗਿਆ ਜੀ, ਵੀ ਅਸੀਂ ਪਤਾ ਕਰੀਏ ਵੀ ਕਿਉਂ ਲੱਗੀ। ਅਸੀਂ ਡੀਵੀਆਰ ਚੱਕਿਆ ਜੀ। ਉਸ ਤੋਂ ਬਾਅਦ ਅੰਦਰ ਧਾਰਮਿਕ ਪੁਸਤਕਾਂ ਸੀ ਜੀ, ਉਹ ਅਸੀਂ ਬਾਹਰ ਕੱਢੀਆਂ ਜੀ। ਉਸ ਤੋਂ ਬਾਅਦ ਅਸੀਂ ਨੀਚੋਂ ਗੱਦੇ ਮੈਟ ਮੂਟ ਸਾਰਾ ਕੁਛ ਬਾਹਰ ਕੱਢਿਆ ਜੀ ਪ੍ਰੋਪਰ। ਤੁਹਾਡੇ ਸੱਟਾਂ ਵੀ ਲੱਗੀਆਂ ਨੇ ਉਸ ਦਿਨ? ਹਾਂਜੀ, ਪੈਰ ਤੇ ਰੂਮੜੀ ਸੱਟ ਲੱਗੀ ਹੈ ਛੋਟੀ ਮੋਟੀ ਜੀ। ਠੀਕ ਹੈ। ਤੇ ਉਸ ਦੇ ਨਾਲ ਜੇਕਰ ਆਪਾਂ ਗੱਲ ਕਰੀਏ, ਜਦੋਂ ਤੁਸੀਂ ਉੱਥੋਂ ਸਰੂਪ ਲੈ ਕੇ ਆਏ ਹੋ, ਤੁਸੀਂ ਇੱਥੋਂ ਵਾਪਸ ਚੜੇ ਹੋ, ਉਤਰੇ ਹੋ? ਨਹੀਂ, ਮੈਂ ਚੜ੍ਹਿਆ ਉੱਤੇ ਸਰ, ਮੈਂ ਉੱਪਰ ਸੀ ਤੁਸੀਂ? ਉਸ ਵਾਕਿਆ ਦੇ ਦੌਰਾਨ ਕਿੰਨੇ ਮਿੰਟ ਦਾ ਸਮਾਂ ਲੱਗਿਆ ਤੁਹਾਨੂੰ? 10 ਮਿੰਟ ਲੱਗੇ ਨੇ, 10-12 ਮਿੰਟ ਲੱਗੇ ਨੇ ਜੀ। 10-12 ਮਿੰਟ ਤੁਸੀਂ ਧੂਏ ਨੂੰ ਚੱਲ ਗਏ? ਹਾਂਜੀ, ਚੱਲ ਗਏ ਜੀ। ਜਦੋਂ ਉੱਪਰ ਗਿਆ ਜੀ, ਉਦੋਂ ਥੱਲੋਂ ਥੋੜਾ ਜਿਹਾ ਸੀਸੇ ਸੂਸੇ ਭੰਨ ਕੇ ਧੂਆਂ ਨਿਕਲਣ ਦਾ ਮੁੰਡਿਆਂ ਨੇ ਸਾਰਾ ਉਹ ਕਰ ਲਿਆ ਸੀਗਾ। ਧੂਆਂ ਦਾ ਪ੍ਰੈਸ਼ਰ ਥੋੜਾ ਜਿਹਾ ਘਟ ਗਿਆ ਸੀ, ਦਬਾਅ ਘਟ ਸੀ ਅੰਦਰ। ਹਾਂਜੀ, ਪਰ ਜਦੋਂ ਅੰਦਰ ਵੜਿਆਂਗੇ ਉਦੋਂ ਤਾਂ ਇੱਥੇ ਕੁਝ ਦਿਖਦਾ ਹੀ ਨਹੀਂ ਸੀ ਜੀ। ਪ੍ਰਧਾਨ ਸਾਹਿਬ, ਜਿਸ ਤਰ੍ਹਾਂ ਇਹ ਜੋ ਵੀ ਵਾਕਿਆ ਹੋਇਆ ਸੰਗਤ ਨੇ ਆਪਾਂ ਨੂੰ ਦੱਸਿਆ, ਤੁਸੀਂ ਉਸ ਟਾਈਮ ਕਿੱਥੇ ਸੀ? ਮੌਕੇ ਦੇ ਉੱਪਰ ਉਸ ਦਿਨ ਜਿਹੜੇ ਕੌਮ ਦੇ ਅੱਗੇ ਜਿਹੜੇ ਆਪਾਂ ਕਹਿ ਲਈਏ ਜਥੇਦਾਰ ਨੇ, ਜ਼ਿੰਮੇਵਾਰ ਲੋਕ ਨੇ, ਸਾਡੇ ਪ੍ਰਚਾਰਕ ਨੇ, ਉਹਨਾਂ 'ਚੋਂ ਕੌਣ ਕੌਣ ਆਇਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸ ਦਿਨ ਜਦੋਂ ਅੱਗ ਲੱਗੀ ਹੈ, ਮੈਂ ਘਰੋਂ ਤਿਆਰ ਹੋ ਕੇ, ਅਸੀਂ ਡਿਪਟੀ ਸਾਹਿਬ ਦੇ ਇੱਕ ਕੋਈ ਝਗੜਾ ਸੀ, ਉਹਦੇ 'ਚ ਗਿਆ ਸੀ ਮੈਂ। ਉੱਥੇ ਚਲੋ ਬੈਠੇ, ਮੈਨੂੰ ਉਰੋਂ ਫੋਨ ਆਇਆ ਗਿਆ ਵੀ ਪਿੰਡੋਂ ਵੀ ਆਪਣੇ ਗੁਰਦੁਆਰੇ ਅੱਗ ਲੱਗ ਗਈ। ਚਲੋ ਮੈਂ ਨਾਲ ਦੀਆਂ ਡਿਪਟੀ ਸਾਹਿਬ ਨੂੰ ਵੀ ਕਿਹਾ ਵੀ ਗੁਰੂ ਘਰੇ ਅੱਗ ਲੱਗ ਗਈ ਜੀ, ਤੁਸੀਂ ਪ੍ਰਸ਼ਾਸਨ ਵੀ ਚਲੋ, ਅਸੀਂ ਵੀ ਚੱਲਦੇ। ਮੈਂ ਜਦੋਂ ਉਰੇ ਆਇਆ, ਮੇਰੇ ਆਉਂਦੇ ਨੂੰ ਅੱਗ ਬੁਝਾ ਲਈ ਸੀ। ਤੇ ਜਿਹੜਾ ਮੈਂ ਇੱਕ ਨੌਜਵਾਨਾਂ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਉਸ ਟਾਈਮ ਤੁਸੀਂ 6 ਮਹਾਰਾਜ ਦੇ ਸਰੂਪ ਸੀ, ਗੁਟਕਾ ਸਾਹਿਬ ਸੀ, ਜਿਹੜਾ ਮਤਲਬ 150-200 ਹੋਣਾ, ਤੇ ਬਹੁਤ ਵੱਡੀ ਪ੍ਰਾਪਤੀ ਕੀਤੀ। ਇਹਨਾਂ ਨੇ ਬਹੁਤ ਧੰਨਵਾਦੀਆਂ ਸੀ। ਇਹਨਾਂ ਦਾ ਦੇਣ ਨਹੀਂ, ਸਾਡੇ ਪਿੰਡ ਤੇ ਹੋਰ ਵੱਡਾ ਕਲੰਕ ਲੱਗਣਾ ਸੀ। ਦੇਖੋ ਬੀਬੀ ਨੇ ਜਿਹਨੇ ਕੀਤਾ, ਉਹਨੇ ਬਹੁਤ ਮਾੜਾ ਕਾਰਾ ਕੀਤਾ। ਉਹਦੇ 'ਚ ਇੱਥੋਂ ਤੁਸੀਂ ਦੇਖ ਰਹੇ ਹੋ ਸਾਹਮਣੇ, ਜਦੋਂ ਇੱਥੋਂ ਭਾਂਬੜ ਮੱਚਿਆ, ਉੱਥੇ ਸਾਹਮਣੇ ਏਸੀ ਆ, ਏਸੀ ਦੇ ਵੀ ਅੱਗ ਲੱਗੀ ਹੋਈ ਆ। ਇਹ ਮਹਾਰਾਜ ਦੇ ਸਰੂਪ ਦੇ ਉੱਤੋਂ ਦੀ ਸੇਕ ਜਾ ਰਿਹਾ ਸੀ। ਉਹ ਸੇਕ 'ਚੋਂ ਇਹਨਾਂ ਨੇ ਮੁੰਡਿਆਂ ਨੇ, ਜਿਵੇਂ ਪੌੜੀ ਆ ਲੋਹੇ ਦੀ, ਉਹ ਤਪੀ ਪਈ ਸੀ, ਕਿਉਂਕਿ ਸਾਰੇ ਅੱਗ ਲੱਗੀ ਹੋਈ ਸੀ, ਅੰਦਰ ਭਾਂਬੜ ਮੱਚਿਆ ਹੋਇਆ ਸੀ। ਉਹਦੇ ਵਿੱਚ ਦੀ ਜਾ ਕੇ ਇਹਨਾਂ ਨੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਏ ਨੇ, 6 ਸਰੂਪਾਂ ਨੂੰ ਤੇ ਗੁਰਕਾ ਸਾਹਿਬ ਨੂੰ, ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢ ਕੇ ਲਿਆਏ ਨੇ। ਅਸੀਂ ਬਹੁਤ ਧੰਨਵਾਦੀ ਹਾਂ। ਚਲੋ ਜਦੋਂ ਇਹੋ ਜਿਹੀ ਕੋਈ ਘਟਨਾ ਵਾਪਰੀ ਆ, ਹਰ ਇੱਕ ਦੇ ਹਿਰਦੇ ਬਲੁੰਦਰੇ ਜਾਂਦੇ ਨੇ, ਪਰ ਇੱਕ ਬਹੁਤ ਮਾੜੀ ਘਟਨਾ ਹੋਈ ਆ ਵੀ ਜਿਹੜਾ ਇੱਥੇ ਜਥੇਬੰਦੀਆਂ ਆਈਆਂ, ਸਾਨੂੰ ਤਾਂ ਦੇਖ ਵੀ ਜਥੇਬੰਦੀਆਂ, ਅਸੀਂ ਇੱਕ ਆਮ ਸਿੱਖਾਂ ਉਹ ਕਰਨ ਵਾਲੇ ਵੀ, ਉਹ ਸਾਡੀ ਇੱਕ ਮਦਦ ਕਰਨਗੀਆਂ, ਸਾਨੂੰ ਧਰਵਾਸ ਦੇਣਗੀਆਂ, ਸਾਨੂੰ ਇਹ ਕਹਿਣਗੀਆਂ ਵੀ ਜਿਹੜੇ ਨੌਜਵਾਨ ਨੇ ਤੁਸੀਂ ਇਹ ਵਧੀਆ ਕੰਮ ਕੀਤਾ। ਇੱਕ ਉਹ ਜਨਾਨੀ ਨੇ ਮਾੜਾ ਕੀਤਾ, ਪਰ ਉਲਟਾ ਸਾਨੂੰ ਹੀ ਪਿੰਡ ਨੂੰ ਕਹੀ ਜਾਂਦੇ ਨੇ ਵੀ ਤੁਸੀਂ ਇਹ ਮਾੜਾ ਕੀਤਾ। ਦੇਖੋ ਅਸੀਂ ਬਿਲਕੁਲ ਮਾੜਾ ਹੈ ਉਹਦਾ, ਅੱਜ ਵੀ ਅਸੀਂ ਪਛਤਾਵਾ ਕਰ ਰਹੇ ਹਾਂ। ਨੌਜਵਾਨਾਂ ਨੇ, ਜਿਸ ਤਰ੍ਹਾਂ ਅਸੀਂ ਬਾਹਰ ਸੰਗਤ ਬੈਠੀ, ਉਹਨਾਂ ਨੂੰ ਵੀ ਮਿਲਾਂਗੇ, ਉਹਨਾਂ ਦਾ ਕਹਿਣਾ ਸੀ ਕਿ ਕੁਝ ਅਪਸ਼ਬਦ ਵਰਤੇ ਗਏ ਨੇ ਮੁੰਡੇ ਨੌਜਵਾਨਾਂ ਵਾਸਤੇ, ਪਿੰਡ ਵਾਸਤੇ। ਬਿਲਕੁਲ ਜੀ, ਇਹ ਜਥੇਬੰਦੀ ਨੇ ਬਹੁਤ ਕੁਝ ਬੋਲਦੇ ਨੇ। ਕੋਈ ਕਹਿ ਰਿਹਾ ਸੀ ਵੀ ਹੀ ਜਿਹੜਾ ਇਹਦਾ ਪਿੰਡ ਹੈ, ਕੋਈ ਕੁਝ ਕਹਿ ਰਿਹਾ ਸੀ, ਇਹੋ ਜਿਹੇ ਕੁਝ ਸ਼ਬਦ ਬੋਲਦੇ ਨੇ। ਮੈਂ ਉੱਥੇ ਉੱਠ ਕੇ ਕਿਹਾ ਵੀ ਭਾਈ ਦੇਖੋ, ਜਿਹੜਾ ਇਹ ਹੋਇਆ ਅਸੀਂ ਇਹਦੀ ਮਾਫੀ ਮੰਗਦੇ ਹਾਂ, ਅਸੀਂ ਉਹਦੀ ਸਜ਼ਾ ਵੀ ਭੁਗਤਣ ਨੂੰ ਤਿਆਰ ਹਾਂ ਪਿੰਡ, ਜੇ ਸਾਨੂੰ ਕੋਈ ਵੀ ਸਜ਼ਾ ਲਾਉਂਦੇ ਨੇ। ਵੀ ਦੇਖੋ ਦੂਜੇ ਪਾਸੇ ਅਸੀਂ ਬਹੁਤ ਬੜਾ ਜਿਹੜਾ ਭਾਣਾ ਵਾਪਰਨਾ ਸੀ, ਜਿਹੜਾ ਕਿਤੇ ਵਾਪਰੀ ਨਹੀਂ, ਉਹ ਵੀ ਬਚਾਇਆ ਸਾਡੇ ਨੌਜਵਾਨਾਂ ਨੇ। ਉਸ ਟਾਈਮ ਜਦੋਂ ਅੱਗ ਲੱਗੀ ਸੀ, ਉਦੋਂ ਕਿਸੇ ਨੂੰ ਕੁਝ ਨਹੀਂ ਸੁੱਝ ਰਿਹਾ ਸੀ। ਇੰਨੀ ਅੱਗ ਦੇ ਵਿੱਚ ਆ ਕੇ ਉਹਨਾਂ ਨੇ ਹਮਲਾ, ਦੇਖੋ ਮਹਾਰਾਜ ਸੁਰੱਖਿਅਤ ਲੈ ਕੇ ਗਏ ਨੇ। ਉਹ ਜਿਸ ਤਰ੍ਹਾਂ ਹੋਆ ਮਰਿਆਦਾ ਵੀ ਉਹ 'ਚ ਬਹੁਤ ਰੱਖੀ ਆ, ਵੀਡੀਓ ਬਣੀ ਗਈ ਆ, ਉਦੋਂ ਬਾਅਦ ਵੀ ਅਸੀਂ ਮਰਿਆਦਾ 'ਚ ਉਹ ਰੱਖਿਆ। ਅਸੀਂ ਸੰਗਤ ਨੂੰ ਨਾਲ ਦਿਖਾ ਲਵਾਂਗੇ, ਤੁਹਾਡੇ ਤੋਂ ਲੈ ਕੇ ਵੀਡੀਓ ਸੰਗਤ ਦੇਖੇਗੀ, ਪੂਰਾ ਵਰਲਡ ਵਾਈਡ ਆ। ਤੇ ਤੁਹਾਡਾ ਨਾਮ ਕੀ ਮੈਂਬਰ ਸਾਹਿਬ? ਹਰਭਜਨ ਕੌਰ। ਹਰਭਜਨ ਕੌਰ ਜੀ, ਜਿਸ ਦਿਨ ਦਾ ਇਹ ਵਾਕਿਆ ਹੈ, ਬੋਲ ਕਬੋਲ ਬੋਲੇ ਗਏ ਨੇ, ਉਸ ਦਿਨ ਮੌਕੇ ਦੇ ਉੱਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਉਹਨਾਂ ਤੋਂ ਇਲਾਵਾ ਬੀਬੀ ਜੰਗੀਰ ਕੌਰ ਜੀ, ਜਾਂ ਹੋਰ ਕਿਹੜੀਆਂ ਪੰਥ ਦੀਆਂ ਪ੍ਰਸਿੱਧ ਹਸਤੀਆਂ ਨੇ ਜਿਹੜੀਆਂ ਪਹੁੰਚੀਆਂ ਨੇ ਉਸ ਦਿਨ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀਰ ਜੀ, ਜਦੋਂ ਸਾਡੇ ਦੇ ਉੱਤੇ ਅਣਹੋਣੀ ਘਟਨਾ ਵਾਪਰੀ ਹੈ, ਉਦੋਂ ਸਾਡੇ ਨਗਰ ਦਾ ਸਾਡੇ ਨਾਲ ਪੂਰਾ ਸਹਿਯੋਗ ਸੀਗਾ, ਪ੍ਰਸ਼ਾਸਨ ਦਾ ਸਾਡੇ ਨਾਲ ਪੂਰਾ ਸਹਿਯੋਗ ਸੀਗਾ। ਉਹ ਵੀਰ ਜੀ ਦਾ ਮੈਂ ਨਾਮ ਨਹੀਂ ਜਾਣਦੀ, ਜੋ ਭਲਵਾਨ ਤੋਂ ਆਏ ਸੀ, ਭਿੰਦਰ ਸਿੰਘ ਭਲਵਾਨ ਸੀ। ਦੇਖੋ ਉਹ ਤੇਜਾ ਸਿੰਘ ਕਮਾਲਪੁਰ, ਉਹ ਹੋਣਗੇ ਰਿਲੇਟਡ ਸ਼੍ਰੋਮਣੀ ਕਮੇਟੀ ਨਾਲ, ਸਾਨੂੰ ਨਹੀਂ ਪਤਾ ਵੀ ਉਹ ਚੰਗੇ ਹੈ ਜਾਂ ਮਾੜੇ ਹੈ, ਪਰ ਉਹਨਾਂ ਨੇ ਸਾਡੀ ਉਰੇ ਆ ਕੇ ਹੈਲਪ ਜ਼ਰੂਰ ਕੀਤੀ ਹੈ, ਸਾਨੂੰ ਸੇਧ ਦਿੱਤੀ ਵੀ ਭਾਈ ਇਸ ਤਰ੍ਹਾਂ ਮਹਾਰਾਜ ਦੇ ਸਰੂਪਾਂ ਨੂੰ ਆਪਾਂ ਨੇ ਉੱਪਰ ਜਾ ਕੇ ਸੱਚਖੰਡ ਦੇ ਵਿੱਚ ਲੈ ਕੇ ਜਾਣਾ ਹੈ, ਜਾਂ ਅੰਦਰੋਂ ਇਸ ਤਰ੍ਹਾਂ ਸਮਾਨ ਦੀ ਸਫਾਈ ਕਰਨੀ ਹੈ, ਕਿ ਉਹ ਕੰਚ ਬਹੁਤ ਖੜਿਆ ਪਿਆ ਸੀਗਾ। ਜੇ ਵੀਰ ਜੀ ਉਹ ਕੰਚ ਨਾ ਚੱਕਦੇ ਤਾਂ ਅੰਦਰੋਂ ਮਹਾਰਾਜ ਦੇ ਸਰੂਪ ਅਸੀਂ ਇਕੱਠੇ ਵੀ ਨਹੀਂ ਸੀ ਕਰ ਸਕਣੇ। ਪਰ ਸਾਡੇ ਅਤੇ ਉਹਨਾਂ ਦੇ ਉੱਪਰ ਜੋ ਜਥੇਬੰਦੀਆਂ ਨੇ ਬਲੇਮ ਲਾਇਆ ਹੈ, ਤੇ
ਤੇ ਮੰਡ ਸਿੰਘ ਆਏ ਨੇ ਜਾਂ ਹੋਰ ਜਥੇਬੰਦੀਆਂ ਦੇ ਆਗੂ ਆਏ ਨੇ, ਉਹ ਸਾਨੂੰ ਇਹ ਗੱਲ ਨਾਲ ਟਾਰਗੇਟ ਕਰ ਰਹੇ ਨੇ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਿਲੇਟਡ ਹੋ, ਜਦ ਕਿ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕਹਿ ਰਹੇ ਹਾਂ ਵੀ ਨਾ ਤਾਂ ਸਾਨੂੰ ਕਿਸੇ ਵੀ ਪ੍ਰਬੰਧਕ ਕਮੇਟੀ ਦੇ ਨਾਲ ਸਾਡਾ ਲਿੰਕ ਹੈ, ਨਾ ਹੀ ਸਾਡਾ ਕਿਸੇ ਲੀਡਰਸ਼ਿਪ ਨਾਲ ਲਿੰਕ ਹੈਗਾ, ਕਿਉਂ ਉਹ ਆਪੋ ਆਪਣੀ ਜਗ੍ਹਾ ਦੇ ਉੱਤੇ ਰੋਟੀਆਂ ਸੇਕਣ ਦਾ ਕੰਮ ਕਰਦੇ ਆ। ਸਾਨੂੰ ਇੰਨਾ ਕੁ ਤਾਂ ਪਤਾ ਹੈ ਨਾ, ਘੱਟੋ ਘੱਟ ਸਾਨੂੰ 25 ਸਾਲ ਹੋ ਗਏ ਨੇ ਇਸ ਪਿੰਡ ਦੇ ਵਿੱਚ ਆਇਆਂ ਨੂੰ। ਤਾਂ ਉਸ ਤੋਂ ਬਾਅਦ ਜਦੋਂ ਆਪਣੇ ਕੇ ਕਾਕੜੇ ਦੇ ਨੇ ਭਾਈ ਸਾਹਿਬ, ਹਾਂਜੀ ਹਾਂਜੀ, ਉਹਨਾਂ ਦਾ ਨਾਮ ਕੀ ਸੀ ਜਿਹੜਾ ਕਾਕੜੇ ਤੋਂ ਆਏ ਨੇ, ਕਾਕੜੇ ਤੋਂ ਆਏ ਨੇ ਇੱਕ ਬਾਬਾ ਜੀ, ਉਹਨਾਂ ਨੇ ਆ ਕੇ ਸਾਨੂੰ ਇੱਕਦਮ ਹਾਫੜਾ ਦਾਫੜੀ ਦੇ ਵਿੱਚ ਆ ਕੇ ਸਾਰਿਆਂ ਨੂੰ ਝਿੜਕਾਂ ਦਿੱਤੀਆਂ। ਸਾਡੇ ਨਾਲ ਉਹਨਾਂ ਨੇ ਕੋਈ ਦੁੱਖ ਪ੍ਰਗਟ ਨਹੀਂ ਕੀਤਾ ਹੈਗਾ। ਇਹ ਤੁਹਾਨੂੰ ਕਿਹਨੇ ਆਗਿਆ ਦਿੱਤੀ ਹੈ ਵੀ ਅੰਦਰੋਂ ਚਾਦਰਾਂ ਚੱਕ ਬਾਹਰ ਸੁੱਟ ਦਿਓ, ਕੰਚ ਚੱਕ ਕੇ ਬਾਹਰ ਸੁੱਟ ਦਿਓ? ਕਿਹਨੇ ਕਿਹਾ ਵੀ ਮਹਾਰਾਜ ਦੇ ਸਰੂਪ ਨੂੰ ਇਸ ਤਰ੍ਹਾਂ ਤੁਸੀਂ ਉੱਪਰ ਲੈ ਜਾਓ? ਜਿਹੜੇ ਮਹਾਰਾਜ ਦੇ ਸਰੂਪ ਮਤਲਬ ਕਿ ਬਚੇ ਸੀਗੇ ਨਾ, ਬਚਾਏ ਨੇ, ਉਹ ਅਸੀਂ ਉੱਥੇ ਅੰਦਰ ਲੰਗਰ ਹਾਲ ਦੇ ਵਿੱਚ ਬੜੇ ਪਿਆਰ ਸਤਿਕਾਰ ਨਾਲ ਸੁਸ਼ੋਭਿਤ ਕੀਤੇ। ਨਹੀਂ ਉਹ ਕੀ ਚਾਹੁੰਦੇ ਹਨ ਵੀ ਜਦੋਂ ਅੱਗ ਲੱਗੀ ਸੀ ਵੀ ਸਰੂਪ ਉੱਥੇ ਪੈ ਰਹਿਣ ਦਿੰਦੇ? ਹਾਂਜੀ, ਉਹ ਕਹਿੰਦੇ ਵੀ ਤੁਸੀਂ ਇਹ ਚੱਕਣੇ ਨਹੀਂ ਸੀ ਹੈਗੇ। ਵੀ ਅਸੀਂ ਉੱਥੋਂ ਆਪਣੀਆਂ ਜਥੇਬੰਦੀਆਂ ਲੈ ਕੇ ਆਉਂਦੇ, ਉਹਨਾਂ ਨੂੰ ਲਿਆ ਕੇ ਅਸੀਂ ਦਿਖਾਉਂਦੇ ਵੀ ਫਿਰ ਅਸੀਂ ਤੁਹਾਨੂੰ ਸੇਧ ਦਿੰਦੇ ਕੋਈ। ਅੱਛਾ, ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਨੇ, ਜਿਹੜੀਆਂ ਜਥੇਬੰਦੀਆਂ ਆਈਆਂ, ਕੁਝ ਲੋਕਾਂ ਦਾ ਇਹ ਕਹਿਣਾ ਸੀ ਕਿ ਪਹਿਲਾਂ ਮੱਚ ਜਾਣ ਦਿੰਦੇ, ਇਦਾਂ ਹੀ ਹੈ ਨਾ। ਅੱਛਾ, ਇੱਕ ਤੁਸੀਂ ਹੋਰ ਕਹਿ ਰਹੇ ਸੀ ਕਿ ਤੁਹਾਡੇ ਪ੍ਰਤੀ, ਪਿੰਡ ਦੇ ਲੋਕਾਂ ਪ੍ਰਤੀ ਕਿਹਾ ਜਾ ਰਿਹਾ ਹੈ ਕਿ ਉਸ ਔਰਤ ਨਾਲ ਇਦਾਂ ਉਦਾਂ ਕਰ ਦਿੰਦੇ, ਉਹ ਕੀ ਮਾਮਲਾ ਸੀ? ਉਹ ਵੀਰ ਜੀ ਸਾਨੂੰ ਇਸ ਤਰ੍ਹਾਂ ਕਹਿੰਦੇ ਨੇ ਜਥੇਬੰਦੀਆਂ, ਕਹਿੰਦੇ ਵੀ ਜਦ ਤੁਹਾਨੂੰ ਪਤਾ ਲੱਗ ਗਿਆ ਸੀਗਾ, ਤੁਸੀਂ ਉਸ ਔਰਤ ਦੇ ਘਰੇ ਜਾ ਕੇ ਤੇਲ ਪਾ ਕੇ ਉਸ ਨੂੰ ਜਿਉਂਦਿਆਂ ਸਾੜਨਾ ਸੀ। ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਾਰ-ਬਾਰ ਬੇਨਤੀ ਕਰਦੇ ਵੀ ਜੇ ਸਾਨੂੰ ਪਤਾ ਲੱਗ ਜਾਂਦਾ ਵੀ ਉਹ ਔਰਤ ਦਾ ਹੱਥ ਹੈ, ਪ੍ਰਸ਼ਾਸਨ ਤੋਂ ਪਹਿਲਾਂ ਪਤਾ ਲੱਗ ਜਾਂਦਾ ਨਾ, ਅਸੀਂ ਦੀਨ ਧਰਮ ਇਮਾਨਦਾਰੀ ਦੇ ਨਾਲ ਕਹਿੰਦੇ ਵੀ ਅਸੀਂ ਉਸ ਔਰਤ ਨੂੰ ਜਿਉਂਦਿਆਂ ਉਸੇ ਤਰ੍ਹਾਂ ਸਾੜਨਾ ਸੀ। ਮੈਂ ਆਪਣੇ ਦਿਲ ਦੀ ਭਾਵਨਾ ਦੀ ਗੱਲ ਕਰਦੇ ਹਾਂ, ਨਾ ਕਿ ਕਿਸੇ ਹੋਰ ਦੀ ਗੱਲ ਕਰਦੇ ਹਾਂ। ਜਦੋਂ ਕਿ ਉਹਦੀ ਆਪਣੇ ਵੀਡੀਓ ਦੇਖੀ, ਪਤਾ ਲੱਗਿਆ ਪ੍ਰਸ਼ਾਸਨ ਨੂੰ ਉਸ ਨੂੰ ਸਾਡੇ ਤੋਂ ਪਤਾ ਲੱਗਣ ਤੋਂ ਪਹਿਲਾਂ ਹੀ ਲੈ ਗਿਆ, ਜਦੋਂ ਕਿ ਸਾਨੂੰ ਤਾਂ ਬਾਅਦ ਦੇ ਵਿੱਚ ਪਤਾ ਲੱਗਿਆ। ਜਦੋਂ ਬਾਅਦ ਦੇ ਵਿੱਚ ਪਤਾ ਲੱਗਣ ਦੇ ਬਾਵਜੂਦ ਦੇਖਿਆ ਅਸੀਂ ਨੇ ਵੀ ਉਹ ਔਰਤ ਵੀ ਉਹਨੂੰ ਤਾਂ ਪੁਲਿਸ ਲੈ ਗਈ ਚੱਕ ਕੇ। ਤੁਸੀਂ ਆਪ ਦੱਸੋ ਵੀ ਜਦੋਂ ਪ੍ਰਸ਼ਾਸਨ ਲੈ ਗਿਆ ਫਿਰ ਨਗਰ ਕੀ ਕਰ ਸਕਦਾ ਸੀਗਾ? ਅਸੀਂ ਹੁਣ ਜਥੇਬੰਦੀਆਂ ਤੋਂ ਇਹ ਮੰਗ ਕਰਦੇ ਹਾਂ ਵੀ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਔਰਤ ਹੈ, ਤੁਹਾਡੀ ਉੱਥੇ ਮੁਲਾਕਾਤ ਵੀ ਹੋ ਗਈ ਹੈ, ਤੁਸੀਂ ਸਾਨੂੰ ਕਹਿੰਦੇ ਵੀ ਉਹਨੂੰ ਜਿਉਂਦੇ ਅੱਗ ਲਾਉਣੀ ਸੀ ਜਾਂ ਉਸ ਦਾ ਘਰ ਸਾੜਨਾ ਸੀ। ਜਥੇਬੰਦੀਆਂ ਮੁਲਾਕਾਤ ਕਰਕੇ ਨੇ ਉਹਦੇ ਨਾਲ? ਹਾਂਜੀ, 5 ਪਿਆਰੇ ਸਾਹਿਬਾਨ ਆਏ ਸੀਗੇ, ਉਹਨਾਂ ਦੇ ਵਿੱਚੋਂ 3 ਜਾਣੇ ਗਏ ਨੇ ਉੱਥੇ, ਸਾਰੀ ਕਮੇਟੀ ਉੱਥੇ ਗਈ ਹੈ, 2 ਬੰਦੇ ਸਾਡੇ ਨਗਰ ਦੇ ਵੀ ਗਏ ਨੇ। ਅਸੀਂ ਇਹ ਚਾਹੁੰਦੇ ਹਾਂ ਵੀ ਜੇ ਉੱਥੇ ਤੁਸੀਂ ਸਾਨੂੰ ਨਾਲ ਲੈ ਕੇ ਜਾਂਦੇ, ਅਸੀਂ ਦੇਖ ਲਏ ਵੀ ਇਹ ਸਿਰਫ ਰੋਟੀਆਂ ਸੇਕਣ ਵਾਲੇ ਨੇ, ਅਸੀਂ ਉਸ ਜਨਾਨੀ ਨੂੰ ਉੱਥੇ ਗਲਾ ਘੁੱਟ ਕੇ ਖਤਮ ਕਰਕੇ ਆਉਣਾ ਸੀ, ਭਾਵੇਂ ਸਾਨੂੰ ਜਾਂਦਿਆਂ ਸਾਰੀ ਗੋਲੀ ਮਾਰ ਦਿੰਦੇ। ਅੱਜ ਵੀ ਮੇਰਾ ਸਾਰਿਆਂ ਨੂੰ ਇਹੀ ਚੈਲੰਜ ਹੈ ਵੀ ਤੁਸੀਂ ਮੈਨੂੰ ਉੱਥੇ ਇੱਕ ਵਾਰ ਲੈ ਕੇ ਜਾਓ ਜੇ ਤੁਹਾਡੇ 'ਚ ਨਹੀਂ ਦਮ, ਕਿ ਤੁਸੀਂ ਸਿਰਫ ਪਾਰਟੀਆਂ ਬਣਾਉਣੀਆਂ ਨੇ, ਬਾਹਰੋਂ ਪੈਸਾ ਮੰਗਵਾਉਣਾ ਵੀ ਅਸੀਂ ਲੋਕਾਂ ਵਾਸਤੇ ਆਹ ਕਰਦੇ ਹਾਂ ਜਾਂ ਗੁਰੂ ਗ੍ਰੰਥ ਸਾਹਿਬ ਵਾਸਤੇ ਇਹ ਕਰਦੇ ਹਾਂ। ਸਾਨੂੰ ਸਿਰਫ ਇੱਕ ਗੁਰੂ ਤੋਂ ਬਿਨਾਂ ਕਾਸੇ ਪੈਸੇ ਦੀ ਲੋੜ ਨਹੀਂ, ਸਾਨੂੰ ਆਪਣੀਆਂ ਪਾਰਟੀਆਂ ਦੀ ਲੋੜ ਨਹੀਂ, ਸਾਨੂੰ ਆਪਣੇ ਅਹੁਦੇ ਉੱਚੇ ਕਰਨ ਦੀ ਲੋੜ ਨਹੀਂ ਹੈਗੀ। ਜਿਸ ਤਰ੍ਹਾਂ ਤੁਸੀਂ ਗੱਲ ਕਰੀ ਹੈ ਵੀ ਉੱਥੇ ਕਮੇਟੀ ਗਈ 5 ਪਿਆਰਿਆਂ ਦੀ, ਅਸੀਂ ਸਿੰਘ ਸਾਹਿਬ ਨੂੰ ਪੁੱਛਣਾ ਚਾਹਾਂਗੇ ਉਸ ਕਮੇਟੀ ਦੇ ਵਿੱਚ ਕੌਣ-ਕੌਣ ਸੱਜਣ ਸਨ? ਜਿਹੜੀ ਇੱਥੇ ਕਮੇਟੀ ਬਣੀ ਜੀ, ਪਹਿਲਾਂ ਤਾਂ ਕੀ ਹੋਇਆ, ਇੱਕ ਮਿਹਰਬਾਨੀ ਕਰਕੇ ਇਹ ਵੀ ਦੱਸਿਓ ਜਿਹੜੀ ਕਮੇਟੀ 'ਚ ਮੈਂਬਰ ਕਿਹੜੇ-ਕਿਹੜੇ ਸਨ, ਦੂਸਰਾ ਕਿਹੜੇ ਥਾਣੇ ਦੇ ਵਿੱਚ, ਕਿਹੜੀ ਜੇਲ੍ਹ ਵਿੱਚ ਮਿਲਣਗੇ? ਮੈਂ ਤੁਹਾਨੂੰ ਦੱਸਦਾ ਜੀ, ਜਦੋਂ ਇੱਥੇ ਸੰਗਤ ਦਾ ਪ੍ਰੋਗਰਾਮ ਚੱਲ ਰਿਹਾ ਸੀ ਤੇ ਕਮੇਟੀ ਬਣਾਈ, ਕੀ ਹੋਇਆ, ਇੱਥੋਂ ਉੱਠ ਕੇ ਅਜਨਾਲੇ ਉਹਨੇ ਬਾਹਰ ਵਗ ਗਏ, ਕਹਿੰਦੇ ਵੀ ਅਸੀਂ, ਮੈਂ ਵੀ ਕੀ ਕਰਨ ਜਾ ਰਹੇ ਨੇ, ਕਹਿੰਦੇ ਇਹਨਾਂ ਨੇ ਕਮੇਟੀ ਬਣਾਈ ਹੈ। ਮੈਂ ਕਿਹਾ ਵੀ ਦੇਖੋ ਸਾਡੇ ਪਿੰਡ ਦਾ ਹੋਇਆ, ਪਿੰਡ ਦੀ 8 ਮੈਂਬਰੀ ਕਮੇਟੀ ਬਣੀ ਹੋਈ ਆ, ਜਿਹੜੀ ਗੁਰਦੁਆਰੇ ਦੀ ਕਮੇਟੀ ਆ ਉਹਨੇ ਬਣਾਈ ਆ, ਵੀ ਉਹ 8 ਮੈਂਬਰੀ ਕਮੇਟੀ ਨਾਲ ਤੁਸੀਂ ਸਾਡਾ ਸਹਿਯੋਗ ਕਰੋ, ਤੁਸੀਂ ਸਾਡੇ ਦੁੱਖ 'ਚ ਆਏ ਹੋ, ਤੁਸੀਂ ਸਾਡੇ ਨਾਲ ਸਹਿਯੋਗ ਕਰੋ, ਸਾਨੂੰ ਦੱਸੋ ਕਿਹੜੀ ਧਾਰਾ ਲਵਾਉਣੀ ਚਾਹੀਦੀ ਨੇ। ਪ੍ਰਸ਼ਾਸਨ ਬੈਠਾ, ਪ੍ਰਸ਼ਾਸਨ ਤੇ ਦਬਾਅ ਪਾਓ, ਨਾ ਕਿ ਆਪਾਂ ਆਪ ਚੋਲ ਜੀਏ। ਉਹ ਉੱਥੇ ਕਰਨ ਲੱਗੇ ਵੀ ਇਹ ਸਾਡਾ ਕੰਮ ਆ ਜੀ, ਤੁਹਾਡਾ ਨਹੀਂ। ਚਲੋ ਅਸੀਂ ਕਿਹਾ ਵੀ ਕੋਈ ਗੱਲ ਨਹੀਂ। ਫਿਰ ਉਹਨਾਂ ਨੇ ਕਮੇਟੀ ਬਣਾਈ 5 ਮੈਂਬਰੀ, ਜਿਹੜੀ 3 ਮੈਂਬਰੀ ਕਮੇਟੀ ਆ ਉਹ ਉਹਨਾਂ 'ਚੋਂ ਆ, 2 ਮੈਂਬਰ ਸਾਡੇ ਇੱਥੇ ਪਿੰਡ ਦੇ ਪਏ ਨੇ। ਤੁਹਾਡੇ ਪਿੰਡ ਦੇ ਕਿਹੜੇ-ਕਿਹੜੇ ਨੇ? ਪਿੰਡ ਦੇ ਉਰੋਂ ਇੱਕ ਦਾ ਸਰਪੰਚ ਹੈ ਜਿਹੜਾ ਮੌਜੂਦਾ ਪਵਿੱਤਰ ਸਿੰਘ, ਉਹ ਇੱਕ ਮੇਰਾ ਨਾਮ ਆ ਜੀ, ਮੇਰਾ ਨਾਮ ਕੁਲਵੰਤ ਸਿੰਘ। ਤੇ ਉਹ ਕਮੇਟੀ ਬਣਾਈ। ਉਦੋਂ ਬਾਅਦ ਕਹਿੰਦੇ ਵੀ ਆਪਾਂ ਉੱਥੇ ਜਿਹੜੀ ਇਨਕੁਆਇਰੀ ਹੋਣੀ ਆ, ਪੁਲਿਸ ਉਹ ਕਮੇਟੀ ਦੇ ਸਾਹਮਣੇ ਕਰੇ। ਅਸੀਂ ਜਦੋਂ ਪੁਲਿਸ ਨੇ ਸਾਨੂੰ ਟਾਈਮ ਦਿੱਤਾ ਉੱਥੇ ਗਏ, ਉੱਥੇ ਸਾਹਮਣੇ ਗੱਲਾਂ ਕੀਤੀਆਂ, ਸਾਰਿਆਂ ਨੇ ਸਵਾਲ ਪੁੱਛੇ ਤੇ ਉਹ ਲੇਡੀ ਜੀ ਨੂੰ, ਪਰ ਉਹ ਕਿਸੇ ਗੱਲ ਤੇ ਆਈ ਨਹੀਂ। ਉਹ ਕਹਿੰਦੀ ਮੈਨੂੰ ਕਿਸੇ ਨੇ ਨਹੀਂ ਕਰਾਇਆ ਹੈਗਾ, ਮੈਂ ਤੋਂ ਗਲਤ ਨਾ ਧਰਾਉਣਾ ਧਰਾ ਲਓ। ਤੇ ਜਿਹੜਾ ਅਸੀਂ ਹੁਣ ਵੀ ਉਹ ਕਮੇਟੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਬਹੁਤ ਵੱਡਾ ਦੁੱਖ ਆ ਸਾਡੇ ਪਿੰਡ ਤੇ, ਬਹੁਤ ਵੱਡਾ ਭਾਰ ਆ, ਅਸੀਂ ਬਹੁਤ ਕਲੰਕਿਤ ਹੋਏ ਹਾਂ, ਬਹੁਤ ਵੱਡਾ ਹੋਆ। ਅਸੀਂ ਅੱਜ ਵੀ ਉਹ ਮੰਨ ਰਹੇ ਹਾਂ ਵੀ ਸਾਡੀ ਮਦਦ ਕਰੀ ਜਾਵੇ, ਨਾ ਕਿ ਉਰੇ ਸਿਆਸੀ ਗੱਲਾਂ ਕੀਤੀਆਂ ਜਾਣ। ਕੁਲਵੰਤ ਸਿੰਘ ਜੀ, ਜਦੋਂ ਤੁਸੀਂ ਉਸ ਔਰਤ ਨੂੰ ਮਿਲੇ ਹੋ, ਬਾਕੀ 4 ਮੈਂਬਰ ਤੁਹਾਡੇ ਨਾਲ ਸਨ, ਜਿਹੜੀ ਉਹ ਔਰਤ ਹੈ ਉਹਦੀ ਮਨੋਦਸ਼ਾ ਕਿਵੇਂ ਦੀ ਹੈ? ਜਿਸ ਤਰ੍ਹਾਂ ਦੱਸਿਆ ਜਾ ਰਿਹਾ ਵੀ ਉਹ ਪਾਗਲ ਸੀ, ਉਹਦਾ ਕਮਲੀ ਹੈ, ਤੁਹਾਨੂੰ ਕਿੱਦਾਂ ਲੱਗਿਆ ਸਵਾਲ ਜਵਾਬ? ਦੇਖੋ, ਮੈਂ 10 ਸਾਲ ਸਰਪੰਚ ਰਿਹਾ, ਮੈਂ ਉਹਦੀ ਅੱਜ ਤੱਕ ਕਦੇ ਵੀ ਕੋਈ ਮਨੋਦਸ਼ਾ ਵੀ ਜਾਂ ਉਹਨੇ ਕੋਈ ਆਪਦੇ ਘਰੇ ਫੂਕਤਾ ਜਾਂ ਕੁਝ ਹੋਰ ਕਰਤਾ ਜਾਂ ਕੋਈ ਭੰਨਤਾ ਜਾਂ ਕੋਈ ਭਾਂਡਾ ਭੰਨਤਾ ਕਦੇ ਵੀ ਨਹੀਂ ਦੇਖਿਆ। ਇੱਕ ਬੰਦਾ ਜਿਹੜਾ ਗੁੱਸੇ ਵਾਲਾ ਹੁੰਦਾ ਉਹ ਵੀ ਕਈ ਵਾਰੀ ਭਾਂਡੇ ਭੰਨ ਦਿੰਦਾ ਲੜਕੇ, ਕਦੇ ਵੀ ਨਹੀਂ ਦੇਖਿਆ ਉਹ, ਕਦੇ ਕਿਸੇ ਨਾਲ ਰੌਲਾ ਨਹੀਂ ਦੇਖਿਆ। ਪਾਗਲ ਨਹੀਂ ਆਪਾਂ ਨੂੰ ਕਹਿ ਸਕਦੇ। ਤੇ ਉਹ ਜਦੋਂ ਅਸੀਂ ਉੱਥੇ ਬੈਠੇ ਸੀ, ਜਵਾਬ ਦੇ ਰਹੀ ਸੀ, ਬਹੁਤ
ਤੇਜ਼ ਦਿਮਾਗ ਨਾਲ ਇਹ ਗੱਲਾਂ ਫੜਦੀ ਸੀ ਉਹ। ਅੱਛਾ। ਹਾਂ ਵੇਖੋ ਜਿਸ ਤਰ੍ਹਾਂ ਪ੍ਰਧਾਨ ਕੁਲਵੰਤ ਸਿੰਘ ਦੱਸ ਰਹੇ ਨੇ ਕਿ ਇਹ ਜਿਹੜੀ ਔਰਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਨੁਕਸਾਨ ਪਹੁੰਚਾਇਆ ਹੈ, ਅੱਗ ਲਾਈ ਹੈ, ਜਦੋਂ ਇਹਨਾਂ ਨੇ ਸੰਬੰਧਿਤ ਥਾਣੇ ਦੇ ਵਿੱਚ ਉਸ ਔਰਤ ਨਾਲ 5 ਮੈਂਬਰੀ ਕਮੇਟੀ ਨੇ ਗੱਲ ਕਰੀ ਹੈ, ਇਹਨਾਂ ਦਾ ਕਹਿਣਾ ਹੈ ਕਿ ਬਹੁਤ ਹੀ ਤੇਜ਼ ਦਿਮਾਗ ਹੈ, ਇੰਨੀ ਜ਼ਿਆਦੀ ਗੱਲ ਨੂੰ ਗੌਰ ਨਾਲ ਸੁਣ ਕੇ ਇਹਨਾਂ ਮਤਲਬ ਕਿ ਸਹੀ ਢੰਗ ਨਾਲ ਜਵਾਬ ਦੇ ਰਹੀ ਸੀ ਕਿ ਕੋਈ ਵੀ ਬੰਦਾ, ਇਸ ਦਾ ਮਤਲਬ ਕਿ ਆਮ ਬੰਦਾ ਤਾਂ ਉਸ ਨੂੰ ਰਾਹ ਹੀ ਨਹੀਂ ਦੇ ਸਕਦਾ। ਦੇਖੋ ਜੀ ਉਹਨੂੰ ਕਹੀ ਜਾਂਦੇ ਨੇ ਪਾਗਲ ਆ, ਵੀ ਉਹ ਪਾਗਲ ਤੀ। ਉਹ ਲੇਡੀ ਜੀ ਨੂੰ ਜਦੋਂ ਅਸੀਂ ਇੱਥੇ ਕਮੇਟੀ ਦੀ ਗੱਲ ਚੱਲ ਰਹੀ ਸੀ, ਉਹ ਸਾਨੂੰ ਪੁੱਛਣ ਲੱਗੇ ਵਿੱਚ ਕਮੇਟੀ ਦੇ ਮੈਂਬਰ ਵੀ ਇਹ ਕੋਈ ਸਰਸੇ ਨਾਲ ਸੰਬੰਧਿਤ ਤਾਂ ਨਹੀਂ। ਉਹਨੇ ਉਹਦੀ ਉਹ ਕਰਿਆ, ਸਰਸੇ ਵਾਲ ਨੂੰ ਗਾਲ ਕੱਢ ਕੇ ਬੋਲੀ ਉਹ। ਅੱਛਾ। ਹਾਂ ਵੀ ਉਹ ਨਾ ਹੋਵੇ। ਦੇਖੋ ਉਹ ਜੇ ਆਪਾਂ ਉਹਨੂੰ ਪਾਗਲ ਨਹੀਂ ਕਹਿ ਸਕਦੇ, ਉਹ ਪੂਰੀ ਹਰ ਇੱਕ ਗੱਲ ਕੈਚ ਕਰਦੀ ਸੀ। ਫਿਰ ਮੈਂ ਚਲੋ ਦੇਖਿਆ ਇੱਕ ਪਾਰਟ ਅਸੀਂ ਬਣਾਇਆ, ਮੈਂ ਉਹਨੂੰ ਕਿਹਾ ਵੀ ਮਾਤਾ ਤੈਨੂੰ ਅਸੀਂ ਛਡਾਉਣ ਆਏ ਆ, ਇਹ ਬੰਦੇ ਵੀ ਲੈ ਕੇ ਆਏ ਆ, ਵੀ ਤੂੰ ਸੱਚ ਦੱਸ ਦੇ ਵੀ ਤੇਰੇ ਮਗਰ ਕਿਹੜੀ ਸ਼ਕਤੀ ਆ, ਕੀ ਉਹ ਕਿਹਨੇ ਤੈਨੂੰ ਕਿਹਾ, ਕਿਹਨੇ ਤੈਨੂੰ ਪੈਸੇ ਦਿੱਤੇ, ਕਿਹਨੇ ਉਹ ਕਰਿਆ। ਮੈਂ ਕੱਲੀ ਨੂੰ ਕਰਕੇ ਪੁੱਛਿਆ, ਮੈਨੂੰ ਕਹਿੰਦੀ ਵੀ ਮੈਨੂੰ ਕਿਸੇ ਨੇ ਨਹੀਂ ਕਿਹਾ ਹੈਗਾ, ਜੇ ਮੈਂ ਤੋਂ ਗਲਤ ਨਾ ਉਤਰਾਉਣਾ ਉਤਰਾ ਲਓ। ਅੱਛਾ। ਹਾਂ ਮੈਂ ਕਿਹਾ ਵੀ ਗਲਤ ਤੂੰ ਸਹੀ ਧਰ, ਤੈਨੂੰ ਕੀ ਤੇਰੇ ਨੂੰ ਇਦੋਂ ਪਹਿਲਾਂ ਹੈਗਾ ਸੀ ਵੀ ਮੈਂ ਅਗਲਾ ਨਾ ਕਹਿੰਦੀ ਨਾ, ਮੈਨੂੰ ਉਦਾਂ ਹੀ ਹੋਇਆ। ਦੇਖੋ ਉਸ ਟਾਈਮ ਸਾਡੇ ਇੱਥੇ ਗੁਰੂ ਘਰ ਦੇ ਮੂਹਰੇ ਚੌਂਕੜੀ ਬਣੀ ਆ, ਉੱਥੇ 15-20 ਬੰਦੇ ਡੇਲੀ ਬੈਠੇ ਹੁੰਦੇ ਨੇ, ਉਸ ਦਿਨ ਹੈ ਨਹੀਂ ਸੀ। ਤੇ ਇੱਕ ਸਾਡੇ 4 ਦਿਨ ਪਹਿਲਾਂ ਕੈਮਰੇ ਵੀ ਖਰਾਬ ਸੀ, ਉਹ ਵੀ 2 ਦਿਨ ਪਹਿਲਾਂ ਸਮਰੇ ਨੇ। ਤੇ ਦੇਖੋ ਉਹਨੂੰ ਇਹ ਚੀਜ਼ਾਂ ਦਾ ਪਤਾ ਤਾਂ ਹੈਗਾ ਇਹਦਾ ਸੀ, ਮਤਲਬ ਉਹਨੂੰ ਜਾਣਕਾਰੀ ਸੀ ਵੀ ਕੈਮਰੇ ਖਰਾਬ ਨੇ ਇਹਨਾਂ ਦੇ, ਵੀ ਇਹ ਸਹੀ ਹੈ। ਉਹ ਗੁਰੂ ਘਰੇ ਵੀ ਸਾਡੇ ਭਾਈ ਸਾਹਿਬ ਦੱਸਦੇ ਨੇ ਬਾਬਾ ਜੀ ਵੀ ਉਹ ਗੁਰੂ ਘਰੇ ਵੀ ਮੱਥਾ ਟੇਕਣ ਆਉਂਦੀ ਸੀ। ਇਹਦਾ ਮਤਲਬ ਕਿ ਉਹ ਰੈਕੀ ਕਰ ਰਹੀ ਸੀ ਉਹ, ਵੀ ਮੈਂ ਕੀ ਕਰਾਂ। ਦੇਖੋ ਉਹਨੇ ਬੰਦੇ ਵੀ ਦੇਖੇ, ਫਿਰ ਆ ਕੇ ਉਹ ਕੈਮਰੇ 'ਚ ਦੇਖਿਆ, ਅਸੀਂ ਚਾਰੇ ਗਲੀਆਂ 'ਚ ਦੇਖਦੀ ਆ ਉਹ। ਦੇਖ ਉਹਨੂੰ ਆਪਾਂ ਕਿਵੇਂ ਪਾਗਲ ਕਹਿ ਸਕਦੇ ਹਾਂ। ਇੱਕ ਆਪਾਂ ਮੈਂਬਰ ਸਾਹਿਬ ਇੱਕ ਇਦਾਂ ਦੱਸੋ, ਤੁਸੀਂ ਔਰਤਾਂ ਨੇ, ਹਰ ਔਰਤ ਦੀ ਥੋੜੀ ਥੋੜੀ ਜਾਣਕਾਰੀ ਹੁੰਦੀ ਹੈ, ਜਿਹੜੀ ਉਹ ਔਰਤ ਹੈ ਜਾਂ ਉਸਦੇ ਮੁੰਡੇ 2 ਦੱਸੇ ਗਏ ਨੇ, 5 ਕੁੜੀਆਂ ਦੱਸੀਆਂ ਗਈਆਂ ਨੇ, ਉਸ ਦੇ ਘਰ ਦੇ ਵਿੱਚ ਕੋਈ ਬਾਹਰ ਦੀ ਔਰਤ ਦਾ ਆਉਣਾ ਜਾਣਾ ਜਾਂ ਇਸ ਦਾ ਕਿਤੇ ਜਾਣਾ, ਕੁਝ ਇਹੋ ਜਿਹਾ ਤੁਸੀਂ ਕਦੀ ਵੇਖਿਆ ਜਿੱਥੋਂ ਤੁਹਾਨੂੰ ਲੱਗਦਾ ਹੋਵੇ ਕਿ ਕੋਈ ਅਣਜਾਣ ਵਿਅਕਤੀ ਵੀ ਉੱਥੇ ਪਹੁੰਚਦਾ ਹੋਵੇ? ਨਹੀਂ ਵੀਰ ਜੀ, ਅਸੀਂ ਨਹੀਂ ਦੇਖਿਆ, ਸਾਡਾ ਉਹਦੇ ਨਾਲ ਮਤਲਬ ਕਿ ਵਰਤਵਾਰ ਹੀ ਨਹੀਂ ਹੈਗਾ। ਅੱਛਾ, ਉਸ ਦਿਨ ਵਰਤ ਵਰਤਾ ਹੀ ਨਹੀਂ। ਠੀਕ ਹੈ। ਤੁਸੀਂ ਇੱਕ ਸੈਕਿੰਡ, ਤੁਸੀਂ ਨਾਮ ਕੀ, ਕਿੱਥੋਂ ਤੁਸੀਂ? ਅਸੀਂ ਵੀ ਉਰੀ ਹਾਂ ਜੀ। ਮੇਰਾ ਨਾਮ ਪਰਮਜੀਤ ਆ, ਸਾਡਾ ਵੀ ਪਿੰਡ ਜੋਲੀਏ ਆ। ਮਤਲਬ ਕਿ ਉਹਨਾਂ ਦੇ ਪਰਲੀ ਸਾਈਡ ਘਰ ਆ, ਸਾਡੀ ਉਰਲੀ ਸਾਈਡ ਆ ਜੀ। ਠੀਕ ਹੈ, ਯਾਨੀ ਤੁਸੀਂ ਬਾਹਰਲੇ ਉਧਰੋਂ ਵਿਹੜੇ 'ਚ ਵਿੱਚੋਂ ਤੁਹਾਡਾ ਪਰਿਵਾਰ ਉਧਰੋਂ ਹੈ? ਹਾਂਜੀ। ਤੁਸੀਂ ਉਸ ਦਿਨ ਜਦੋਂ ਇਹ ਘਟਨਾ ਵਾਪਰੀ ਹੈ, ਤੁਸੀਂ ਉਦੋਂ ਇੱਥੇ ਕਦੋਂ ਤੱਕ ਪਹੁੰਚੇ ਸੀ ਗੁਰਦੁਆਰੇ? ਅਸੀਂ ਜੀਰੀ ਲਾ ਰਹੇ ਸੀਗੇ ਖੇਤ ਦੇ ਵਿੱਚ, ਜਦੋਂ ਸਾਨੂੰ ਪਤਾ ਲੱਗਿਆ ਵੀ ਐਂ ਕਰਕੇ ਅੱਗ ਲੱਗੀ ਆ, ਅਸੀਂ ਜੀ ਉੱਥੇ ਛੱਡ ਕੇ ਸਾਰਾ ਕੁਝ ਉਰੇ ਆਏ। ਜਦੋਂ ਅਸੀਂ ਆ ਕੇ ਦੇਖਿਆ ਤਾਂ ਸਾਰਾ ਕੁਝ ਬਹੁਤ ਬੁਰਾ ਹੋ ਚੁੱਕਿਆ ਸੀ। ਪਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਉਹਦੀ ਇਹ ਬਹੁਤ ਵੱਡੀ ਗਲਤ ਗੱਲ ਆ, ਪਰ ਕਰਿਆ ਉਹਨੇ ਆ ਜੀ। ਦੇਖ ਭੁਗਤ ਦੇ ਬੱਚੇ ਨਾ, ਪਰ ਬੱਚਿਆਂ ਦਾ ਇਹਦੇ ਵਿੱਚ ਕੋਈ ਤਾਲੁਕਾਤ ਨਹੀਂ ਹੈਗਾ, ਉਹ ਬੇਕਸੂਰੇ ਨੇ ਵਿਚਾਰੇ। ਉਹਨਾਂ ਨੂੰ ਤਾਂ ਹੁਣ ਦੇਖੋ ਜੀ ਆਪਾਂਗੇ, ਹੁਣ ਜੇ ਇਸ ਟਾਈਮ ਮੈਂ ਗਲਤੀ ਕਰ ਰਹੀ ਹਾਂ ਤਾਂ ਮੇਰੇ ਬੱਚਿਆਂ ਨੂੰ ਤਾਂ ਨਹੀਂ ਪਤਾ ਵੀ ਜਾਂ ਮੈਂ ਕੀ ਕਰ ਰਹੀ ਹਾਂ, ਪਰ ਉਹਨੇ ਇਹ ਗੱਲ ਚੰਗੀ ਨਹੀਂ ਕੀਤੀ। ਤੁਸੀਂ ਇੱਕ ਗੱਲ ਕਹੀ ਹੈ ਕਿ ਉਹਨਾਂ ਦੇ ਬੱਚਿਆਂ ਦਾ ਕਸੂਰ ਨਹੀਂ। ਹਾਂਜੀ। ਜਿਹੜੀ ਉਹ ਮਾਤਾ ਹੈ, ਭਾਈ ਕੁਲਵੰਤ ਸਿੰਘ ਖੜੇ ਨੇ, ਬੱਬੀ ਸਿੰਘ ਇੱਥੇ ਪ੍ਰਧਾਨ ਸਾਹਿਬ ਖੜੇ ਸਨ, ਇਹ ਆਪਣੇ ਪੰਚ ਸਾਹਿਬ ਜਿਹੜੇ ਨੇ, ਮੈਂਬਰ ਸਾਹਿਬ ਸਾਬਕਾ, ਇਹ ਵੀ ਦੱਸ ਰਹੇ ਨੇ ਉਹ 3 ਦਿਨ ਪਹਿਲਾਂ ਤੇਲ ਲੈ ਕੇ ਗਈ ਹੈ। ਹਾਂਜੀ। ਉਹਨੇ ਦੁਕਾਨਦਾਰ ਨੂੰ ਕਿਹਾ ਕਿ ਮੈਂ ਪਿੱਪਲ ਹੈ ਸਾਡੇ ਘਰ ਦੇ ਵਿੱਚ, ਉਸ ਨੂੰ ਫੂਕਣਾ ਹੈ। ਹਾਂਜੀ। ਕਿ ਉਸਦੇ ਬੱਚੇ ਇੰਨੇ ਅਣਜਾਣ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਵੀ ਮਾਈ ਸਾਡੀ ਜਿਹੜੀ ਪੈਟਰੋਲ ਕਰੇ ਲਈ ਫਿਰਦੀ ਹੈ। ਸਰ ਉਹਨਾਂ ਦੇ ਬੱਚੇ ਕਹਿੰਦੇ ਵੀ ਸਾਨੂੰ ਇਹ ਗੱਲ ਦਾ ਨਹੀਂ ਸੀ ਪਤਾ ਵੀ ਉਹ ਪੈਟਰੋਲ ਲੈ ਕੇ ਗਈ ਹੈਗੀ, ਵੀ ਉਹ ਉਸ ਟਾਈਮ ਘਰੇ ਨਹੀਂ ਸੀਗੇ ਕਿਉਂਕਿ ਉਹ ਭੋਗ ਤੇ ਗਏ ਹੋਏ ਸੀਗੇ। ਪ੍ਰਧਾਨ ਸਾਹਿਬ ਇੱਕ ਮਿੰਟ, ਅਸੀਂ ਨਾ 2 ਮਿੰਟ, ਅਸੀਂ ਇੱਕ ਨਾ ਇਹ ਕਹਿਣਾ ਚਾਹੁੰਦੇ ਆ ਵੀ ਦੇਖੋ ਪਰਿਵਾਰ ਨੂੰ, ਚਲੋ ਸਾਨੂੰ ਨਹੀਂ ਪਤਾ ਵੀ ਉਹ ਪਾਗਲ ਸੀ, ਪਰਿਵਾਰ ਨੂੰ ਤਾਂ ਪਤਾ ਸੀ। ਪਰਿਵਾਰ ਦੇਖੋ ਜੇ ਇੱਕ ਪਾਗਲ ਬੰਦਾ ਨੂੰ ਘਰੇ ਰੱਖ ਸਕਦੇ ਨੇ, ਉਹ ਕਿਉਂ ਐ ਖੁੱਲ੍ਹਾ ਛੱਡ ਰੱਖਿਆ? ਜਿਵੇਂ ਸਾਡੇ ਉਰੇ ਕਈ 1-2 ਹੈਗੇ ਸੀ, ਇੱਕ ਲੇਡੀ ਜੀ ਹੈਗੀ ਸੀ, ਉਹਨੂੰ ਬਹੁਤ ਸਾਂਭ ਕੇ ਰੱਖਦੇ ਸੀ, ਕਿਤੇ ਜਾਣ ਨਹੀਂ ਦਿੰਦੇ ਸੀ, ਉਹਦੀ ਗੌਰ ਰੱਖਦੇ ਸੀ। ਦੇਖੋ ਪਰਿਵਾਰ ਦੀ ਇਹ ਗਲਤੀ ਤਾਂ ਹੈਗੀ ਹੈ, ਜੇ ਪਰਿਵਾਰ ਉਹਨੂੰ ਸਾਂਭ ਕੇ ਰੱਖਦਾ, ਖੁੱਲ੍ਹਾ ਛੱਡ ਰੱਖਿਆ, ਇੱਕ ਦਿਮਾਗੀ ਤੌਰ 'ਤੇ ਪਰੇਸ਼ਾਨ ਹੋ ਗਏ ਨੇ, ਚਲੋ ਮੰਨ ਲੈਂਦੇ ਅਸੀਂ ਵੀ ਦਿਮਾਗੀ ਤੌਰ 'ਤੇ ਪਰੇਸ਼ਾਨ ਆ, ਤਾਂ ਉਹ ਪਰਿਵਾਰ ਉਹਨੂੰ ਘਰੇ ਰੱਖਦੇ, ਉਹਦੀ ਡਿਊਟੀ ਲਾਉਂਦੇ, ਅਤੇ ਉਹਦੇ ਨੂੰਹਾਂ ਨੇ, ਉਹਦੀ ਕੁੜੀ ਆ। ਦੂਜੇ ਨੰਬਰ 'ਤੇ ਪਰਿਵਾਰ ਦੀ ਜਿਹੜੀ ਗਲਤੀ ਇੱਕ ਮੈਂ ਬਹੁਤ ਵੱਡੀ ਮੰਨਦਾ, ਜਿਸ ਦਿਨ ਇਹ ਭਾਣਾ ਵਾਪਰਿਆ ਪਰਿਵਾਰ ਨੂੰ ਉਰੇ ਆਉਣਾ ਚਾਹੀਦਾ ਸੀ, ਆ ਕੇ ਪਬਲਿਕ 'ਚ ਕਹਿਣਾ ਚਾਹੀਦਾ ਸੀ ਵੀ ਭਾਈ ਮੇਰੀ ਮਾਤਾ ਨੇ ਗਲਤੀ ਕੀਤੀ ਹੈ, ਤੁਸੀਂ ਉਹਦੇ ਗੋਲੀ ਮਾਰੋ, ਉਹਨੂੰ ਮਾਰੋ, ਅਸੀਂ ਤੁਹਾਡੇ ਨਾਲ ਆ ਪਿੰਡ ਦੇ, ਜਿਵੇਂ ਕਹੋਗੇ ਅਸੀਂ ਉਹਦੀ ਕੋਈ ਜ਼ਮਾਨਤ ਜਾਂ ਅਸੀਂ ਉਹਦੇ ਕੋਈ ਚਾਰੋਜੋਈ ਨਹੀਂ ਕਰਦੇ। ਇਹ ਜਿਹਾ ਤਾਂ ਚਾਹੀਦਾ ਸੀ। ਇਸ ਕਾਰਨ ਹੁਣ ਦੇਖੋ ਇਹ ਪੁਲਿਸ ਦੀ ਕਾਰਵਾਈ ਆ, ਪਿੰਡ ਵੱਲੋਂ ਕੋਈ ਅਸੀਂ ਨਹੀਂ ਕਹਿੰਦੇ ਵੀ ਭਾਈ ਫਲਾਣੇ ਨੂੰ ਫੜੋ, ਅਸੀਂ ਕਹਿ ਰਹੇ ਹਾਂ ਦੇਖੋ ਜੋ ਵੀ ਦੋਖੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ, ਜਿਹੜਾ ਦੋਸ਼ੀ ਨਹੀਂ ਉਹਨੂੰ ਬਿਲਕੁਲ ਸਜ਼ਾ ਨਹੀਂ ਮਿਲਣੀ ਚਾਹੀਦੀ। ਅਸੀਂ ਪਹਿਲਾਂ ਵੀ ਕੀਤੀ ਇਹ ਗੱਲ, ਪ੍ਰਸ਼ਾਸਨ ਨੂੰ ਕੱਲ੍ਹ ਫੇਰ ਕਿਹਾ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ, ਬੇਦੋਸ਼ੀ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ।
ਤੁਸੀਂ ਸਿੰਘ ਸਾਹਿਬ ਤੁਹਾਡਾ ਨਾਮ ਕੀ ਹੈ? ਗੁਰਚਰਨ ਸਿੰਘ। ਤੁਸੀਂ ਕੁਝ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਕਹਿਣਾ ਚਾਹੁੰਦਾ ਵੀ ਮਤਲਬ ਜਿਵੇਂ ਉਹਨਾਂ ਨੇ ਬਹੁਤ ਜ਼ਿਆਦਾ ਵੱਡੀ ਗਲਤੀ ਕੀਤੀ ਹੈ। ਇਹ ਪਹਿਲੇ ਨੰਬਰ ਤੇ ਤਾਂ ਕਮੇਟੀ ਇਹਨਾਂ ਪਿੰਡ ਦੀ ਪੰਚਾਇਤ ਨੂੰ ਔਰ ਮੈਂਬਰ ਸਾਹਿਬ ਨੂੰ, ਪ੍ਰਧਾਨ ਜੀ ਨੂੰ, ਸਾਰਿਆਂ ਕੋਲ ਮੈਂ ਬੇਨਤੀ ਕਰ ਚੁੱਕਿਆ ਵੀ ਇਹਨਾਂ ਦਾ ਕੱਲ੍ਹ ਹੀ ਮਤਾ ਪੈ ਜਾਣਾ ਚਾਹੀਦਾ ਸੀ। ਇਹਨਾਂ ਦਾ ਮਤਾ ਪੈ ਕੇ ਇਹਨਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਛੇਕਿਆ ਜਾਣਾ ਚਾਹੀਦਾ ਸੀ। ਇਹਨਾਂ ਨੇ ਮਤਲਬ ਅੱਜ ਬੇਨਤੀ ਕੀਤੀ, ਇਹਨਾਂ ਨੂੰ ਕੀਤੀ, ਅੱਜ ਇਹਨਾਂ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਕੱਲ੍ਹ ਨੂੰ ਮਤਾ ਪਾ ਕੇ ਸਵੇਰੇ 8 ਵਜੇ ਵੀ ਸਾਰੇ ਅਸੀਂ ਸਹਿਮਤ ਹਾਂ ਇਹ ਗੱਲ 'ਤੇ ਵੀ ਮਤਲਬ ਕੱਲ੍ਹ ਨੂੰ ਅਸੀਂ ਇਹ ਕੰਮ ਕਰ ਦੇਵਾਂਗੇ ਵੀ ਕੱਲ੍ਹ ਨੂੰ ਪਿੰਡ 'ਚੋਂ ਛੇਕਣ ਦਾ ਕੰਮ ਅਸੀਂ ਕਰਾਂਗੇ ਜ਼ਰੂਰ। ਜਿਸ ਤਰ੍ਹਾਂ ਇਸ ਗੁਰੂ ਘਰ ਦੀ ਕਮੇਟੀ ਜਿਹੜੇ ਸੰਗਤ ਆ ਉਹਨਾਂ ਦੇ ਦੱਸਣ ਮੁਤਾਬਕ ਇੱਥੇ ਪ੍ਰਧਾਨ ਸਾਹਿਬ ਜਿਹੜੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੀਬੀ ਜੰਗੀਰ ਕੌਰ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ 'ਚੋਂ ਕੋਈ ਵੀ ਨਹੀਂ ਉਸ ਦਿਨ ਬੋੜਿਆ। ਉਹ ਤਾਂ ਆਪਣੇ ਸਿਆਸੀ ਰੋਟੀਆਂ ਛਕਣ ਵਾਲੇ ਨੇ, ਉਹਨਾਂ 'ਚ ਕੋਈ ਨਹੀਂ, ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਨਾਲ। ਉਹ ਤਾਂ ਸਿਰਫ ਆਪਣੇ ਰੋਟੀਆਂ ਛਕਣ ਵਾਸਤੇ ਨੇ। ਬਾਕੀ ਮੈਂ ਜਿਹੜੇ ਜਵਾਨਾਂ ਨੇ, ਮੁੰਡਿਆਂ ਨੇ ਵਿਚਾਰੇ ਇਹਨਾਂ ਨੇ ਕੀਤਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਚਾਇਆ ਇਹਨਾਂ ਨੇ। ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਇਹਨਾਂ ਦੇ ਬਹੁਤ ਮੁੰਡਿਆਂ ਨੇ ਸਹਿਯੋਗ ਦਿੱਤਾ ਹੈ, ਇਹਨਾਂ ਦਾ ਸਾਰਿਆਂ ਦੇ ਮੁੰਡਿਆਂ ਦਾ। ਵੈਸੇ ਜਿਸ ਤਰ੍ਹਾਂ ਕੁਲਵੰਤ ਸਿੰਘ ਜੀ ਇਹਨਾਂ ਨੇ ਕਿਹਾ ਵੀ ਸਿਆਸੀ ਰੋਟੀਆਂ ਸੇਕਣ ਵਾਲੇ ਨੇ, ਸਿਆਸੀ ਰੋਟੀਆਂ ਸੇਕਣਾ ਉਹਨਾਂ ਦਾ ਕੰਮ ਨਹੀਂ। ਜਿਸ ਤਰ੍ਹਾਂ ਇਹ ਕਹਿ ਰਹੀ ਹੈ ਸੰਗਤ, ਉਹਨਾਂ ਦਾ ਸਭ ਕੁਝ ਹੈ ਪਹਿਲਾਂ ਗੁਰੂ ਤੇ ਗਰੀਬ ਵਾਸਤੇ। ਜੇ ਇਸ ਤਰ੍ਹਾਂ ਉਹਨਾਂ ਨੇ ਸਮੇਂ ਦੇ ਉੱਪਰ ਉਹ ਨਹੀਂ ਪਹੁੰਚੇ ਹੈਗੇ ਕਿ ਤੁਸੀਂ ਉਹਨਾਂ ਨੂੰ ਕੁਝ ਆਪਣੀ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਇਹ ਸ਼ੋਭਾ ਦਿੰਦੀਆਂ ਨੇ ਇਹ ਗੱਲਾਂ ਕਿ ਇੱਕ ਪ੍ਰਧਾਨ ਪਹੁੰਚੇ ਹੀ ਨਾ ਇੱਥੇ? ਜਦੋਂ ਕਿ ਆਪਾਂ ਵੇਖਿਆ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿਸੇ ਵੀ ਸਿਆਸੀ ਆਗੂ ਦਾ ਛੋਟੇ ਤੋਂ ਛੋਟਾ ਘਰ ਦਾ ਜੀ ਵੀ ਕੋਈ ਬਿਮਾਰ ਹੋ ਜੇ ਤੇ ਸਭ ਤੋਂ ਪਹਿਲਾਂ ਉੱਥੇ ਆ ਕੇ ਬੈਠੇ ਹੁੰਦੇ ਨੇ, ਮਰੀਜ਼ ਬਾਅਦ ਚ ਪਹੁੰਚਦਾ। ਮੈਂ ਤੁਹਾਨੂੰ ਦੱਸਦਾ ਜੀ ਅੱਜ ਸਾਡੇ ਕੀ ਹੋਇਆ। ਜਿਹੜਾ ਅਸੀਂ ਸਿੱਖ ਕੌਮ ਆ, ਸਿੱਖ ਕੌਮ ਪਾਟੋ ਧਾੜ ਹੋ ਗਈ। ਇੱਕ ਬੰਦਾ ਆ ਕੇ ਕੋਈ ਬੋਲ ਦੇਵੇ ਉਹਦੇ ਗੈਲ ਲਾ ਕੇ ਬਾਕੀ ਸਾਰੇ ਭੇਡਾਂ ਵਾਂਗੂ ਚੱਲ ਪੈਂਦੇ ਆ। ਦੇਖੋ ਹਿੰਦੂ ਆ, ਜਿਹੜੇ ਹਿੰਦੂ ਧਰਮ ਆ, ਲੱਖਾਂ ਰੁਪਈਆ ਕਰੋੜਾਂ ਰੁਪਈਆ ਮੰਦਿਰਾਂ 'ਚ ਪਿਆ ਤੇ ਉੱਥੇ ਕਰੋੜਾਂ ਰੁਪਈਆ ਜਿਹੜੇ ਉੱਥੇ ਦੇ ਪੁਜਾਰੀ ਨੇ ਖਾ ਰਹੇ ਨੇ। ਉਹ ਉੱਥੇ ਆਪਦੇ ਟੱਬਰ ਪਾਲ ਰਹੇ, ਉਹਨਾਂ ਨੇ ਕਦੇ ਆਪਦੇ ਧਰਮ ਦੀ ਬਦਨਾਮੀ ਨਹੀਂ ਕੀਤੀ। ਅਸੀਂ ਕੀ ਆ, ਅਸੀਂ ਆਪਣਾ ਇੱਕ ਦੂਜੇ ਦੇ ਉਸ 'ਤੇ ਉਹ ਕਰਦੇ ਹਾਂ। ਰਾਤ ਮੇਰੀ ਬੀਬੀ ਜੰਗੀਰ ਕੌਰ ਨਾਲ ਗੱਲ ਹੋਈ, ਉਹਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਸਾਡੇ ਭਾਣਾ ਵਾਪਰੇ ਜੀ, ਇਸ ਤਰ੍ਹਾਂ ਕਰਕੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਐਡੀ ਬੜੀ ਬਚਤ ਕੀਤੀ ਆ, ਜਿਹੜੇ ਗੁਟਕਾ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਬਚਾਏ ਨੇ। ਉਹ ਕਹਿੰਦੀ ਵੀ ਬਹੁਤ ਹੋਆ। ਉਹਨਾਂ ਨੇ 2 ਸਾਡੇ ਐਸਜੀਪੀਸੀ ਮੈਂਬਰ ਭੇਜੇ ਸੀ ਜਿਹੜੇ ਮੌਕੇ ਤੇ ਆਏ ਨੇ। 2 ਐਸਜੀਪੀਸੀ ਮੈਂਬਰਾਂ ਨੇ ਸਾਨੂੰ ਇੱਥੇ ਕੋਈ ਭੜਕਾਉਣ ਵਾਲੀ ਗੱਲ ਜਾਂ ਕੋਈ ਹੋ ਨਹੀਂ ਕਰਿਆ। ਸਾਡੇ ਮੁਤਾਬਕ ਉਹਨਾਂ ਨੇ ਬੈਠ ਕੇ ਪਰਚਾ ਵੀ ਕਰਾਇਆ। ਬੰਦਿਆਂ ਨੂੰ, ਪ੍ਰਧਾਨ ਨੂੰ ਕਿਹਾ ਵੀ ਤੁਸੀਂ ਬੈਠੋ ਜਿਵੇਂ ਤੁਸੀਂ ਕਹਿੰਦੇ ਹੋ। ਉਹਨਾਂ ਨੇ ਇਹ ਕਿਹਾ ਵੀ ਗੁਰਦੁਆਰੇ ਵਾਲੇ ਹੀ, ਪਿੰਡ ਵਾਲਿਆਂ ਨੇ ਹੀ ਅਗਵਾਹ ਬਣਨਾ, ਕਿਸੇ ਹੋਰ ਨੇ ਅਗਵਾਹ ਨਹੀਂ ਬਣਨਾ ਵੀ ਕੱਲ੍ਹ ਨੂੰ ਮੁੱਕਰ ਜੇ ਵੀ ਬਾਹਰਲਾ ਬੰਦਾ। ਉਹਨਾਂ ਨੇ ਮੌਕੇ 'ਤੇ ਪਰਚਾ ਕਟਾ ਕੇ ਫਿਰ ਉਹ ਤੋਂ ਬਾਅਦ ਜਿਹੜੀ ਮਰਿਆਦਾ ਮੁਤਾਬਕ ਸਾਰਾ ਸਾਡੇ ਨਾਲ ਕਰਾ ਕੇ ਗਏ ਨੇ। ਮੇਰੀ ਰਾਤ ਬੀਬੀ ਜੀ ਨਾਲ ਗੱਲ ਜੀ, ਉਹ ਕਹਿੰਦੀ ਵੀ ਅਸੀਂ ਐਸਜੀਪੀਸੀ ਮੈਂਬਰ ਭੇਜੇ ਸੀ। ਕੀ ਹੁੰਦਾ ਇੱਥੇ ਹੁਣ ਦੇਖੋ ਹੁੱਲੜਬਾਜੀ ਵਾਲੀ ਗੱਲ ਆ। ਜੋ ਛੋਟੀ ਛੋਟੀਆਂ ਜਥੇਬੰਦੀਆਂ ਆ ਰਹੀਆਂ ਨੇ, ਉਹ ਜਥੇਬੰਦੀਆਂ ਕੀ ਕਹਿੰਦੀਆਂ ਨੇ, ਸਿਆਸੀ ਬੰਦਾ ਬੋਲੇ ਨਾ। ਬਿਲਕੁਲ ਅਸੀਂ ਕਿਸੇ ਨੂੰ ਬੋਲਣ ਨਹੀਂ ਦਿੱਤਾ, ਸਿਆਸੀ ਬੰਦੇ ਨੂੰ ਮੈਂ ਕਹਿੰਦਾ ਨਹੀਂ ਬੋਲਦਾ। ਪਰ ਇਹ ਸਿਆਸੀ ਬੰਦਿਆਂ ਨੂੰ ਵੀ ਮਾੜੇ ਨੇ। ਇਹ ਇੱਕ ਗੱਲ ਕਰ ਰਹੇ ਨੇ, ਜਦੋਂ ਇੱਥੇ ਦੇਖੋ ਸਾਡੇ ਦੁੱਖ ਹੋਇਆ, ਗੁਰੂ ਗ੍ਰੰਥ ਸਾਹਿਬ ਨੂੰ ਅੱਗ ਲੱਗੀ, ਜਿਵੇਂ ਭਾਈ ਸਾਹਿਬ ਨੇ ਕਿਹਾ, ਚਲੋ ਇਹ ਕਰ ਰਹੇ ਨੇ, ਸਾਡੀ ਉਹਦੇ ਦੇ ਆ ਰਹੇ ਨੇ, ਮਦਦ ਕਰ ਰਹੇ ਨੇ, ਸੁਝਾਅ ਵੀ ਦੇ ਰਹੇ ਅਸੀਂ, ਜਿਨ੍ਹਾਂ ਦਾ ਅੱਜ ਮੰਨਿਆ ਵੀ ਆ। ਉਹ ਕੀ ਕਰਦੇ ਨੇ, ਉਹ ਗੱਲਾਂ ਵੱਡੀਆਂ ਹੋਰਾਂ ਤੋਰੀ ਫਿਰਦੇ ਨੇ, ਐ ਹੋਇਆ ਜੀ ਪਾਰਟੀ ਜਾ ਹੋਇਆ ਜੀ। ਅਸੀਂ ਕਹਿੰਦੇ ਵੀ ਦੇਖੋ ਤੁਸੀਂ ਸਾਡੇ ਦੁੱਖ ਹੋਇਆ ਸਾਨੂੰ ਦੱਸੋ। ਮੈਂ ਉੱਥੇ ਵੀ ਖੜਾ ਹੋ ਕੇ ਕਿਹਾ ਵੀ ਤੁਸੀਂ ਸਾਨੂੰ ਦੱਸੋ ਵੀ ਆਪਾਂ ਧਾਰਾ ਲਵਾਈਏ, ਪ੍ਰਸ਼ਾਸਨ ਬੈਠਾ, ਇਹਦੇ ਆਪਾਂ ਗਲ ਤੋਂ ਫੜ ਕੇ ਇਹਨਾਂ ਤੋਂ ਹੋ ਲਵਾਈਏ ਵੀ ਉਹ ਪਰ ਨਾ ਕਿ ਉਹ ਸਿਆਸੀ ਤੌਰ ਤੇ ਆਪਦਾ, ਕਿਉਂਕਿ ਧਿਰਾਂ ਵੀ ਗੁਰਦੁਆਰਿਆਂ ਤੇ ਕਾਬਜ ਆਉਣਾ ਚਾਹੁੰਦੀਆਂ ਨੇ, ਉਹ ਜੇ ਆਪਦੇ ਸਿਆਸੀ ਦਾਇਰੇ ਵਾਸਤੇ। ਜਿਸ ਤਰ੍ਹਾਂ ਭਾਈ ਕੁਲਵੰਤ ਸਿੰਘ ਹੋਰਾਂ ਨੇ ਦੱਸਿਆ ਕਿ ਬੀਬੀ ਜੰਗੀਰ ਕੌਰ ਨਾਲ ਇਹਨਾਂ ਦੀ ਗੱਲ ਹੋਈ ਹੈ, ਪਹਿਲੇ ਦਿਨ ਇੱਥੇ 2 ਐਸਜੀਪੀਸੀ ਦੇ ਮੈਂਬਰ ਆਏ ਨੇ। ਤੁਸੀਂ ਇਹ ਮੰਨਦੇ ਹੋ ਵੀ ਜਿਹੜੀ ਬੀਬੀ ਜੰਗੀਰ ਕੌਰ ਹੈ ਉਹਨਾਂ ਨੂੰ ਸਿਰਫ ਇੱਕ ਜਿਹੜੇ ਚਾਹੇ ਬਾਦਲ ਪਰਿਵਾਰ ਹੈ ਉਹਨਾਂ ਦੇ ਟੱਬਰ ਦਾ ਫਿਕਰ ਹੈ, ਜਾਂ ਫਿਰ ਚਾਹੇ ਉਹ ਸਿਮਰਜੀਤ ਮਾਨ ਹੋਵੇ, ਚਾਹੇ ਕੈਪਟਨ ਅਮਰਿੰਦਰ ਸਿੰਘ ਨੇ, ਚਾਹੇ ਕੇਜਰੀਵਾਲ ਕੋਈ ਵੀ, ਇਹ ਉਹਨਾਂ ਦਾ ਕੋਈ ਦੁੱਖ ਹੋਵੇ ਉੱਥੇ ਪਹੁੰਚ ਜਾਂਦੇ ਨੇ? ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਆਪਣੇ 2 ਬੰਦੇ ਭੇਜ ਸਕਦੇ ਨੇ ਸਿਰਫ ਫੋਨ ਤੇ ਗੱਲ ਕਰ ਲਈ? ਹਾਂ ਵੀਰ ਜੀ, ਦੇਖੋ ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕਰਦੀ ਹਾਂ, ਚਾਹੇ ਮੇਰਾ ਨਗਰ ਦਾ ਬੰਦਾ ਹੈ, ਚਾਹੇ ਕੋਈ ਵੀ ਹੈ, ਮੈਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਹੈਗਾ, ਨਾ ਹੀ ਕਿਸੇ ਸਿਆਸੀ ਬੰਦਿਆਂ ਤੱਕ, ਨਾ ਹੀ ਜਥੇਬੰਦੀਆਂ ਨਾਲ। ਮੈਂ ਸੱਚ ਕਹਿਣ ਤੋਂ ਬਿਲਕੁਲ ਨਹੀਂ ਝਿਜਕਦੀ। ਜੇਕਰ ਆਪਾਂ ਨੂੰ ਪਿਛਲੀਆਂ ਖਬਰਾਂ ਪੜ੍ਹੀਆਂ ਸੀਗੀਆਂ ਕਿ ਹਰਸਿਮਰਤ ਕੌਰ ਬਾਦਲ ਦੀ ਨਾ ਰਿਪੋਰਟ ਪੋਜ਼ਿਟਿਵ ਆ ਗਈ ਸੀ, ਉੱਥੇ ਮਾਤਾ ਜੰਗੀਰ ਕੌਰ ਵੀ 5-6 ਘੰਟੇ ਦੇ ਵਿੱਚ ਪਹੁੰਚ ਗਈ, ਭਾਈ ਹਰਪ੍ਰੀਤ ਸਿੰਘ ਵੀ ਉੱਥੇ 5-6 ਘੰਟੇ ਦੇ ਵਿੱਚ ਪਹੁੰਚ ਗਏ। ਉਹ ਲੀਡਰ ਹੋਣਗੇ, ਆਪਣੇ ਘਰ ਲਈ ਹੋਣਗੇ। ਮੇਰਾ ਜੋ ਪਿਆਰ ਹੈ ਨਗਰ ਨੂੰ ਵੀ ਪਤਾ, ਮੇਰਾ ਸਭ ਤੋਂ ਪਹਿਲਾਂ ਪਿਆਰ ਮੇਰੇ ਮਾਂ ਬਾਪਾਂ ਨਾਲੋਂ ਪਹਿਲਾਂ ਵੀ ਪਿਆਰ ਮੇਰਾ ਗੁਰੂ ਗ੍ਰੰਥ ਸਾਹਿਬ ਨਾਲ ਹੈ।
ਜਿਹਦਾ ਸਾਡਾ ਗੁਰੂ ਗ੍ਰੰਥ ਸਾਹਿਬ ਕੁਝ ਨਹੀਂ ਲੱਗਦਾ ਨਾ ਸਾਡੀ ਉਹ ਜੰਗੀਰ ਕੌਰ ਕੁਝ ਲੱਗਦੀ ਹੈ, ਨਾ ਸਾਡਾ ਹਰਪ੍ਰੀਤ ਸਿੰਘ ਕੁਝ ਲੱਗਦਾ ਹੈ, ਨਾ ਹੀ ਕਿ ਜਥੇਬੰਦੀਆਂ ਦੇ ਆਗੂ ਨੇ ਜਿਹੜੇ ਉਹ ਕੁਝ ਲੱਗਦੇ ਨੇ। ਅੱਜ ਚੌਥਾ ਦਿਨ ਹੋ ਚੁੱਕਿਆ ਨਾ, ਕੀ ਗੱਲ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਹਜੇ ਤੱਕ। ਵੀਰ ਜੀ ਨਾਲ ਗੱਲ ਹੋ ਗਈ, ਆਪਾਂ ਇਹਨਾਂ ਨਾਲ ਵੀ ਸਹਿਮਤ ਹਾਂ, ਮੰਨ ਲਈ ਮੈਂ ਇਹਨਾਂ ਦੀ ਗੱਲ ਵੀ, ਇਹਨਾਂ ਦੀ ਗੱਲ ਹੋ ਗਈ ਕਿ ਇਹਨਾਂ ਦੇ ਫੋਨ ਕਰਨ ਤੇ ਗੱਲ ਹੋਈ ਹੈ ਨਾ, ਕਿ ਜਾਂ ਤੁਸੀਂ ਦੱਸੋ ਵੀ ਉਹਨਾਂ ਦਾ ਫੋਨ ਆਪਾਂ ਨੂੰ ਆਇਆ? ਆਪਣੇ ਉਹਨਾਂ ਨੇ ਉਹਦੀ ਭੇਜਿਆ ਨਹੀਂ, ਉਹਨਾਂ ਨੇ ਭੇਜਿਆ ਵੀਰ ਜੀ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਦੇਖੋ ਉਹ ਪ੍ਰਧਾਨ ਜੀ ਆਏ, ਆਪਾਂ ਨੂੰ ਸਾਰੀ ਸੇਧ ਦੇ ਕੇ ਗਏ ਨਾ। ਨਹੀਂ ਗੱਲ ਸੁਣੋ ਨਾ, ਤਾਂ ਜਥੇਬੰਦੀ ਸਿੰਘ ਸਾਹਿਬ ਕਿਸ ਤਰ੍ਹਾਂ ਰੋਕ ਸਕਦੀ ਹੈ? ਕੋਈ ਬੀਬੀ ਜੰਗੀਰ ਕੌਰ ਨੂੰ ਰੋਕ ਦੋਗੇ? ਤੁਸੀਂ ਰੋਜ਼ ਅਖਬਾਰਾਂ 'ਚ ਪੜ੍ਹਦੇ ਹੋ, ਤੁਸੀਂ ਪ੍ਰੈਸ ਕਾਨਫਰੰਸਾਂ ਵੀ ਕਰਦੇ ਹੋ, ਤੁਸੀਂ ਦੇਖਦੇ ਹੋ ਹਰ ਵਕਤ ਉਹ ਕੀ ਆ ਮੂਹਰੇ ਜਾ ਕੇ ਧਰਨੇ ਲਾਉਂਦੇ ਨੇ। ਵੀਰ ਜੀ ਸਿੰਘ ਸਾਹਿਬ ਬੇਨਤੀ ਹੈ ਨਿਮਰਤਾ ਸਹਿਤ, ਸਾਨੂੰ ਜਿਹੜੇ ਬੀਬੀ ਜੰਗੀਰ ਕੌਰ ਨੇ, ਆਪਣਾ ਦੇਸ਼ ਹੈ, ਸਾਰੇ ਸਾਡੇ ਵਾਸਤੇ ਤੁਸੀਂ ਬਰਾਬਰ ਹੋ, ਗੁਰੂ ਸਭ ਤੋਂ ਉੱਪਰ ਹੈ। ਬੀਬੀ ਜੰਗੀਰ ਕੌਰ ਨੂੰ ਆਉਣਾ ਚਾਹੀਦਾ ਸੀ, ਬੇਸ਼ੱਕ ਤੁਹਾਡੇ ਸੰਗਰੂਰ ਤੋਂ ਕਿਉਂ ਨਾ ਜਥੇਬੰਦੀਆਂ ਮੋੜਦੇ। ਮੈਂ ਤੁਹਾਨੂੰ ਦੱਸਦਾ ਜੀ, ਮੇਰੀ ਵੀ ਇਹ ਰਾਤ ਬਹਿਸ ਹੋਈ ਹੈ, ਉਹਨਾਂ ਨੂੰ ਆਉਣਾ ਚਾਹੀਦਾ। ਇੱਕ ਜਿਹੜਾ ਦੇਖੋ, ਜਦੋਂ ਸਰਕਾਰ ਹੁੰਦੀ ਆ, ਪ੍ਰਸ਼ਾਸਨ ਉਹਦੇ ਮੁੱਠੀ 'ਚ ਹੁੰਦਾ। ਜਿਹੜਾ ਉਹ ਪ੍ਰਸ਼ਾਸਨ ਆ, ਸਾਡੇ ਕੋਲੇ ਸਰਕਾਰ ਵੱਲੋਂ ਇੱਕ ਵੀ ਨੁਮਾਇੰਦਾ ਨਹੀਂ ਆਇਆ। ਸਾਡੇ ਨੇੜੇ ਦੇ ਨੁਮਾਇੰਦੇ ਵੀ ਨੇ, ਵਿੱਚ ਪਿੰਡਾਂ ਦੇ ਵਿੱਚ ਵੀ ਨੇ, ਇੱਕ ਵੀ ਬੰਦੇ ਨੇ ਕਿਸੇ ਨੇ ਆ ਕੇ ਸਾਡੇ ਨਾਲ ਹੋ ਨਹੀਂ ਕੀਤਾ ਹੈਗਾ। ਤੁਹਾਡੀ ਜਾਣਕਾਰੀ 'ਚ ਵਾਧਾ ਕਰ ਦਈਏ, ਪਿਛਲੇ ਦਿਨੀ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਉੱਥੇ SGPC ਦੇ ਮੁਲਾਜ਼ਮਾਂ ਨੇ ਘਟੀਆ ਕਾਰੇ ਕਰੇ। ਖੂਹ ਜਿਹੜਾ ਪਵਿੱਤਰ ਹੈ, ਜਿੱਥੋਂ ਮਹਾਰਾਜਾ ਰਿਪੁਦਮਨ ਸਿੰਘ ਨਾਭੇ ਵਾਲੇ ਜਲ ਵੀ ਮੰਗਵਾਉਂਦੇ ਹੁੰਦੇ ਸਨ, ਉਸ ਦੇ ਵਿੱਚ ਇਹਨਾਂ ਨੇ ਗੰਦ ਸਾਰਾ ਸੁੱਟਿਆ। ਆਪਾਂ ਇਤਰਾਜ਼ਯੋਗ ਚੀਜ਼ਾਂ ਸ਼ਬਦ ਨਹੀਂ ਬੋਲ ਸਕਦੇ। ਬੀਬੀ ਜੰਗੀਰ ਕੌਰ ਨੇ ਮਾਤਾ ਰਜਿੰਦਰ ਕੌਰ ਜੈਤੋ ਨੂੰ ਕਿਹਾ ਸੀ ਕਿ ਪ੍ਰਧਾਨ ਇਸ ਤਰ੍ਹਾਂ ਥੋੜੀ ਨਾ ਆਉਂਦੇ ਹੁੰਦੇ ਨੇ, ਤੁਸੀਂ ਰਿਕਾਰਡ ਤੇ ਚੈੱਕ ਕਰ ਸਕਦੇ ਹੋ। ਮਤਲਬ ਫਿਰ ਬੀਬੀ ਜੰਗੀਰ ਕੌਰ ਪ੍ਰਧਾਨ ਸਾਹਿਬ ਨੇ, ਗਿਆਨੀ ਹਰਪ੍ਰੀਤ ਸਿੰਘ ਜੀ ਨੇ, ਜੇ ਆਪਾਂ ਕਹਿ ਲਈਏ ਅਕਾਲੀ ਦਲ ਦੇ, ਸ਼੍ਰੋਮਣੀ ਅਕਾਲੀ ਦਲ ਵਾਰ-ਵਾਰ ਵੱਡਾ ਪ੍ਰਚਾਰਿਆ ਜਾਂਦਾ ਸਟੇਜਾਂ ਤੋਂ। ਸੁਖਬੀਰ ਸਿੰਘ ਬਾਦਲ ਸਾਹਿਬ ਨੇ, ਉਹਨਾਂ ਦਾ ਫਰਜ਼, ਮਤਲਬ ਇੱਕ ਪਾਸੇ ਜਦੋਂ ਅਸੀਂ ਆਪਣੀ ਕੌਮ ਨੂੰ ਜਿਹੜੇ ਕਹਿਣਾ, ਅਸੀਂ ਸਾਡੀ ਲੋਕ ਜਿਹੜੇ ਨੇ ਸਾਡੇ ਨੇ, ਸਿੱਖੀ, ਅਸੀਂ ਮਤਲਬ ਪਹਿਰੇਦਾਰ ਹਾਂ, ਤੇ ਗੁਰੂ ਜਿਹੜਾ ਮਤਲਬ ਕਿ ਬਹੁਤ ਪਿੱਛੇ ਚਲਾ ਗਿਆ। ਮਤਲਬ ਕਿ ਸਧਾਰਨ ਗੱਲ ਤੇ ਹੀ ਜਾ ਸਕਦੇ ਹਾਂ ਤੁਹਾਡੇ ਹਿਸਾਬ ਨਾਲ। ਜਿਹੜੇ ਬੰਦੇ ਸਾਡੇ ਵਿੱਚ ਆਏ ਨੇ, ਦੇਖੋ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਵੀਰ ਜੀ ਭਲਵਾਨ ਤੋਂ ਆਏ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਾਡੇ ਬਾਬੂ ਪ੍ਰਕਾਸ਼ ਚੰਦ ਗਰਗ ਜੀ ਆਏ, ਉਹਨਾਂ ਨੇ ਸਾਡੇ 'ਚ ਆ ਕੇ ਉੱਥੇ ਮਤਲਬ ਕਿ ਧਰਨੇ 'ਚ ਵੀ ਬੈਠੇ, ਉਹਨਾਂ ਨੇ ਦੁੱਖ ਪ੍ਰਗਟ ਕੀਤਾ। ਪਰ ਉੱਥੇ ਇੱਕ ਅਫਸੋਸ, ਇਹ ਜਿਹੜੀਆਂ ਟਕਸਾਲਾਂ ਦੇ ਜਥੇਦਾਰ ਸੀਗੇ, ਉਹਨਾਂ ਨੇ ਉਹਨਾਂ ਲਈ ਅਪਸ਼ਬਦ ਬੋਲੇ, ਜਦ ਕਿ ਉਹ ਕਿਸੇ ਵੀ, ਚਾਹੇ ਪਾਰਟੀ ਨਾਲ ਰਿਲੇਟਡ ਨੇ, ਸ਼੍ਰੋਮਣੀ ਕਮੇਟੀ ਨਾਲ ਰਿਲੇਟਡ ਨੇ, ਮਤਲਬ ਬਾਬੂ ਪ੍ਰਕਾਸ਼ ਚੰਦ ਗਰਗ, ਪਰ ਉਸ ਟਾਈਮ ਤੇ ਉਹ ਕਿਸੇ ਵੀ ਨਾ ਤਾਂ ਪਾਰਟੀ ਦੀ ਗੱਲ ਕਰਦੇ ਸੀ, ਨਾ ਹੀ ਜਿਹੜੀ ਭੈਣ ਜਿਹੜੀ ਗੱਲ ਦੱਸਣ ਵਾਲੇ ਨੋਟ ਕਰਨ ਵਾਲੀ ਹੈ ਕਿ ਬਾਬੂ ਪ੍ਰਕਾਸ਼ ਚੰਦ ਗਰਗ ਜਿਹੜੇ ਬਹੁਤ ਸਤਿਕਾਰਯੋਗ ਨੇ, ਇਸ ਏਰੀਏ ਦੇ ਵਿੱਚ ਭਵਾਨੀਗੜ੍ਹ ਨੂੰ ਉਹ ਮਤਲਬ ਕਿ ਬਿਲੋਂਗ ਕਰਦੇ ਨੇ, ਉਹ ਇੱਥੇ ਪਹੁੰਚੇ ਨੇ। ਤਾਂ ਉੱਥੇ ਕੀ ਜਿਹੜੀਆਂ ਇਹਨਾਂ ਦੇ ਦੱਸਣ ਮੁਤਾਬਕ ਜਿਹੜੀਆਂ ਇੱਥੇ ਜਥੇਬੰਦੀਆਂ ਬੈਠੇ ਨੇ, ਉਹਨਾਂ ਨੇ ਉਹਨਾਂ ਦਾ ਨਿਰਾਦਰ ਕਰਿਆ, ਉਹਨਾਂ ਦੇ ਆਇਆਂ ਦਾ। ਕਿ ਇਹ ਗੱਲਾਂ ਸ਼ੋਭਾ ਦਿੰਦੀਆਂ ਨੇ ਸਾਨੂੰ ਕਿ ਕੋਈ ਬੰਦਾ ਅਕਾਲੀ ਦਲ ਨਾਲ ਸੰਬੰਧਿਤ ਹੈ, ਕਿ ਚੰਗੀ ਭਾਵਨਾ ਨਾਲ ਸਭ ਤੋਂ ਪਹਿਲਾਂ ਪਹੁੰਚ ਰਿਹਾ, ਉਸ ਦਾ ਵੀ ਅਸੀਂ ਨਿਰਾਦਰ ਕਰੀਏ। ਸਾਨੂੰ ਇਹ ਗੱਲਾਂ ਵੀ ਨੋਟ ਕਰਨੀਆਂ ਪੈਣਗੀਆਂ। ਤੇ ਅੱਗੇ ਤੁਹਾਨੂੰ ਕੁਲਵੰਤ ਸਿੰਘ ਜੀ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਉਹਨਾਂ ਨੂੰ। ਹਾਂਜੀ, ਉੱਥੇ ਉਹਨਾਂ ਨੇ ਨਾ ਮਤਲਬ ਕਿ ਬਾਬੂ ਪ੍ਰਕਾਸ਼ ਚੰਦ ਨੂੰ ਕਿਹਾ ਕਿ ਤੁਹਾਡੀ ਜਿਹੜੀ ਇਹ ਪਾਰਟੀ ਹੈ, ਇਹ ਸਾਰੀ ਪਾਰਟੀ ਦਾਗੀ ਹੈ। ਪਰ ਅਸੀਂ ਇੱਥੇ ਜਥੇਬੰਦੀਆਂ ਦੇ ਆਗੂਆਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਇਹ ਨਹੀਂ, ਅਸੀਂ ਵੀ ਪਾਰਟੀ ਨਾਲ ਰਿਲੇਟਡ ਹਾਂ। ਇਹ ਨਹੀਂ ਹੁੰਦੇ ਕਿ ਸਾਰੇ ਬੰਦੇ ਦੇ ਮਨ ਇੱਕੋ ਜਿਹੇ ਹੋਣ, ਕਿਉਂਕਿ ਪ੍ਰਮਾਤਮਾ ਨੇ ਪੰਜੇ ਉਂਗਲਾਂ ਇੱਕਸਾਰ ਨਹੀਂ ਕੀਤੀਆਂ ਵੀਰ ਜੀ। ਕਿਸੇ ਨੂੰ ਨਹੀਂ ਪਤਾ ਵੀ ਮੇਰੇ ਮਨ ਦੇ ਵਿੱਚ ਕੀ ਹੈ ਜਾਂ ਤੁਹਾਡੇ ਮਨ ਦੇ ਵਿੱਚ ਕੀ ਹੈ। ਉਹ ਸਾਡੇ ਲਈ ਦੁੱਖ ਪ੍ਰਗਟ ਕਰਨ ਆਏ ਸੀ, ਉਹਨਾਂ ਨੂੰ ਉੱਥੋਂ ਉਠਾਲ ਕੇ ਪਰਾਂ ਭੇਜਿਆ ਗਿਆ। ਸਾਡੇ ਲਈ ਇਹ ਬਹੁਤ ਦੁਖਦਾਈ ਘਟਨਾ ਹੈਗੀ ਵੀ ਜਿਹੜੀ ਉਹਨਾਂ ਨੇ ਸਾਡੇ ਨਾਲ ਰੋਡ ਤੇ ਬਹਿ ਕੇ ਧਰਨਾ ਲਾਇਆ, ਧਰਨੇ ਦੇ ਵਿੱਚ ਆ ਕੇ ਦੁੱਖ ਪ੍ਰਗਟ ਕੀਤਾ। ਜੇ ਉਹ ਪਾਰਟੀਆਂ ਵਾਲੇ ਮਤਲਬ ਕਿ ਸਾਡੇ ਨਾਲ ਦੁੱਖ ਪ੍ਰਗਟ ਕਰਨ ਵਾਲੇ ਹੁੰਦੇ, ਸਾਨੂੰ ਆਪਣੇ ਗੱਲ ਨਾਲ ਲਾਉਂਦੇ, ਸਾਡੇ ਵੀਰ ਜੀਆਂ ਨੂੰ ਵੀ ਤੁਹਾਡੇ ਤੇ ਇਹ ਘਟਨਾ ਵਾਪਰ ਗਈ। ਜਦੋਂ ਆਪਣੇ ਪਰਿਵਾਰ ਦੇ ਵਿੱਚ ਕਿਸੇ ਮੈਂਬਰ ਦੀ ਡੈਥ ਹੁੰਦੀ ਹੈ, ਬਾਹਰਲੇ ਰਿਸ਼ਤੇਦਾਰ ਆ ਕੇ ਉਹਨੂੰ ਧਰਵਾਸ ਦਿੰਦੇ ਨੇ, ਨਾ ਕਿ ਉੱਥੇ ਆ ਕੇ ਇਹ ਗੱਲ ਕਹਿੰਦੇ ਨੇ ਤੁਸੀਂ ਆਪਦਾ ਪਿਓ ਨਹੀਂ ਸਾਂਭਿਆ, ਤੁਸੀਂ ਆਪਦੀ ਮਾਂ ਨਹੀਂ ਸਾਂਭੀ, ਤੁਸੀਂ ਇਹਦੇ ਜ਼ਿੰਮੇਵਾਰ ਨਹੀਂ ਹੈਗੇ। ਉੱਥੇ ਆ ਕੇ ਇਦਾਂ ਦੀਆਂ ਧਮਕੀਆਂ ਨਹੀਂ ਦਿੰਦੇ ਹੁੰਦੇ ਜੋ ਸਿਆਣੇ ਬੰਦੇ ਹੁੰਦੇ ਨੇ, ਪਰ ਉਹਨਾਂ ਨੇ ਉੱਥੇ ਆ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦਾ ਕੰਮ ਕੀਤਾ। ਉੱਥੇ ਵੀ ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਇਹੀ ਬੇਨਤੀ ਕੀਤੀ ਖੜੇ ਹੋ ਕੇ, ਵੀਰ ਜੀ ਸਾਨੂੰ ਨਾ ਤਾਂ ਅਕਾਲੀ ਦਲ ਤੱਕ ਮਤਲਬ ਹੈ ਕੋਈ, ਨਾ ਸਾਨੂੰ ਕਾਂਗਰਸ ਤੱਕ ਮਤਲਬ ਹੈ, ਨਾ ਸਾਨੂੰ ਆਮ ਆਦਮੀ ਤੱਕ ਪਰ ਮਤਲਬ ਕਿ ਕੋਈ ਮਤਲਬ ਹੈ, ਨਾ ਹੀ ਸਾਨੂੰ ਤੁਹਾਡੀਆਂ ਜਥੇਬੰਦੀਆਂ ਤੱਕ ਮਤਲਬ ਹੈ। ਸਾਨੂੰ ਸਿਰਫ ਤੇ ਸਿਰਫ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਨਾ, ਸਾਨੂੰ ਇਹਦਾ ਇਨਸਾਫ ਲੈਣ ਲਈ ਮਤਲਬ ਕਿ ਅਸੀਂ ਉਰੇ ਪਹੁੰਚੇ ਹਾਂ। ਜੇ ਤੁਹਾਡੇ ਤੋਂ ਇਨਸਾਫ ਨਹੀਂ ਦਿਵਾਇਆ ਜਾਂਦਾ ਨਾ, ਤੁਸੀਂ ਦੋ ਹੱਥ ਖੜੇ ਕਰ ਦਿਓ, ਵਿੱਚੇ ਸਾਰੀਆਂ ਪਾਰਟੀਆਂ, ਵਿੱਚੇ ਜਥੇਬੰਦੀਆਂ ਦੇ ਆਗੂ, ਬਸ ਉਹ ਜਨਾਨੀ ਨੂੰ ਸਾਡੇ ਸਾਹਮਣੇ ਕਰ ਦਿਓ, ਅਸੀਂ ਆਪਣਾ ਇਨਸਾਫ ਅੱਜ ਵੀ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦੇ ਅਸੀਂ ਆਪ ਹੀ ਲੈ ਲਵਾਂਗੇ। ਜਿਸ ਤਰ੍ਹਾਂ ਜਿਹੜੇ ਇਸ ਟਾਈਮ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਮੁੱਖ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੇ, ਇਸ ਤੋਂ ਇਲਾਵਾ ਇਸ ਹਲਕੇ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਭਗਵੰਤ ਮਾਨ ਸਿੰਘ, ਇਸ ਤੋਂ ਉਹਨਾਂ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ ਜੀ, ਪਰਮਿੰਦਰ ਸਿੰਘ ਢੀਂਡਸਾ, ਬਹੁਤ ਹੀ ਵੱਡੀਆਂ ਹਸਤੀਆਂ ਨੇ। ਜੇ ਕਹਿ ਲਈਏ ਰਾਜਨੀਤੀ ਦਾ ਵੀ ਗੜ੍ਹ ਹੈ ਤੁਹਾਡਾ, ਇਹ ਪਿੰਡ ਵੀ ਕਹਿ ਸਕਦੇ ਹਾਂ ਤੁਹਾਡਾ, ਇਹ ਜਿਹੜਾ ਜ਼ਿਲ੍ਹਾ ਹੈ, ਉਹਨਾਂ ਦੇ ਵਿੱਚੋਂ ਕਿਹੜਾ ਕਿਹੜਾ ਪਹੁੰਚਿਆ? ਮੁੱਖ ਮੰਤਰੀ ਸਾਹਿਬ ਦੀ ਤੁਹਾਡੇ ਨਾਲ ਕੀ ਗੱਲ ਹੋਈ ਹੈ?
ਉੱਥੇ ਵੀਰ ਜੀ ਬਿਨਾਂ ਗਰਗ ਸਾਹਿਬ ਤੋਂ ਕੋਈ ਨਹੀਂ ਆਇਆ, ਨਾ ਕੋਈ ਸਿੰਗਲਾ ਆਇਆ ਹੈ। ਭਗਵੰਤ ਮਾਨ ਵੀ ਨਹੀਂ ਆਇਆ? ਭਗਵੰਤ ਮਾਨ ਨਾਲ ਇੱਕ ਗੁੱਡੀ ਹੈਗੀ ਆਪਣੇ ਉਹ ਨਰਿੰਦਰ ਕੌਰ ਭਰਾ ਜੀ, ਉਹ ਉੱਥੇ ਧਰਨੇ 'ਚ ਮੈਂ ਮੈਂਬਰ ਪਾਰਲੀਮੈਂਟ ਦੀ ਗੱਲ ਕਰ ਹਾਂਜੀ ਨਹੀਂ ਉਹਨਾਂ 'ਚ ਕੋਈ ਨਹੀਂ ਆਇਆ, ਸਿਰਫ ਇੱਕ ਬਾਬੂ ਪ੍ਰਕਾਸ਼ ਚੰਦ ਗਰਗ ਜੀ ਆਏ ਨੇ। ਠੀਕ ਹੈ। ਕੋਈ ਬੰਦਾ ਆਇਆ ਨਹੀਂ ਜੀ, ਸਿਆਸੀ ਕੋਈ ਆਇਆ ਨਹੀਂ। ਦੇਖੋ ਅਸੀਂ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ, ਕੋਈ ਪਾਰਟੀ ਬੇਸ ਤੇ ਨਹੀਂ। ਦੇਖੋ ਜਿਹੜੇ ਬੰਦੇ ਦੀ ਕੋਈ ਡਿਊਟੀ ਨਹੀਂ, ਫਰਜ਼ ਕਰੋ ਸਰਪੰਚ ਆ ਮੈਂ, ਸਰਪੰਚ ਦੀ ਇੱਕ ਡਿਊਟੀ ਹੈ, ਸਰਪੰਚ ਕਹੇ ਮੈਨੂੰ ਕੋਈ ਬੁਲਾ ਕੇ ਲਿਆਊਗਾ ਨਹੀਂ, ਉਹਨੂੰ ਆਪਦੇ ਆਪ ਆਉਣਾ ਹੁੰਦਾ। ਕਿਤੇ ਵੀ ਕੋਈ ਘਟਨਾ ਵਾਪਰਦੀ ਹੈ, ਉਸੇ ਤਰ੍ਹਾਂ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋ ਗਏ, ਵਿਜੇਂਦਰ ਸਿੰਗਲਾ ਹੋ ਗਿਆ। ਦੇਖੋ ਪ੍ਰਸ਼ਾਸਨ ਅੱਜ ਜਦੋਂ ਕੋਈ ਗੱਲ ਹੁੰਦੀ ਆ, ਜੇ ਕਿਤੇ ਕਣਕ ਨੂੰ ਅੱਗ ਲੱਗ ਜਾਂਦੀ ਆ ਤਾਂ ਵੀ ਉੱਥੇ ਪ੍ਰਸ਼ਾਸਨ ਪਹੁੰਚ ਜਾਂਦਾ। ਇਹ ਗੱਲ ਵੀ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਅਗਨ ਭੇਟ ਕੀਤਾ, ਇੱਥੇ ਸਿੰਗਲਾ ਸਾਹਿਬ ਨਾ ਵੀ ਆ ਸਕਦੇ, ਕਿਤੇ ਬਾਹਰ ਸੀ ਤਾਂ ਪ੍ਰਸ਼ਾਸਨ ਨੂੰ ਤਾੜ ਕੇ ਕਹਿੰਦੇ, ਉੱਥੋਂ ਪ੍ਰੈਸ ਕਾਨਫਰੰਸ ਕਰਦੇ, ਉੱਥੋਂ ਬਿਆਨ ਦਿੰਦੇ ਵੀ ਜੌਲੀਆਂ ਜਿਹੜੀ ਘਟਨਾ ਵਾਪਰੀ ਆ ਉਹਦੇ 'ਚ ਮੈਂ ਪ੍ਰਸ਼ਾਸਨ ਨੂੰ ਬਖਸ਼ੂੰਗਾ ਨਹੀਂ, ਜੇ ਕੋਈ ਹੈ ਉਹਨੂੰ ਮੈਨੂੰ ਹਰ ਹਾਲਤ 'ਚ ਕੱਢ ਕੇ ਦਿਓ। ਤੇ ਉਹ ਤੇ ਮੰਨੋ ਵੀ ਪ੍ਰਮਾਤਮਾ ਨੇ ਸਾਡੇ ਨੌਜਵਾਨਾਂ ਨੂੰ ਬਲ ਬਖਸ਼ਿਆ। ਕੁਲਵੰਤ ਸਿੰਘ ਜੀ, ਤੁਹਾਡੀ ਗੱਲ ਵਿੱਚ ਮੈਂ ਟੋਕ ਰਿਹਾ ਵਾਂ, ਜਿਸ ਤਰ੍ਹਾਂ ਸੀਸੀਟੀਵੀ ਲੱਗੇ ਹੋਏ ਸਨ ਕੈਮਰੇ, ਉਹਨਾਂ ਦੇ ਬਾਵਜੂਦ ਵੀ ਤੁਹਾਡੇ ਪਿੰਡ ਦਾ ਜੇ ਕਹਿ ਲਈਏ ਕੁਝ ਛੋਟੀ ਸੋਚ ਵਾਲਿਆਂ ਨੇ ਨਿਰਾਦਰ ਕਰਿਆ। ਤੇ ਜੇਕਰ ਰੱਬ ਨਾ ਕਰੇ, ਜਿਵੇਂ ਤੁਸੀਂ ਕਿਹਾ ਵੀ ਕੈਮਰੇ ਪਹਿਲਾਂ ਹੀ ਖਰਾਬ ਸਨ, ਤਾਂ ਤੁਸੀਂ ਇਹ ਸੋਚ ਸਕਦੇ ਵੀ ਉਹ ਦੁੱਖ ਤੁਸੀਂ ਕਿਸ ਤਰ੍ਹਾਂ ਫਿਰ ਉਹ ਬਰਦਾਸ਼ਤ ਕਰਦੇ ਜੋ ਤੁਹਾਡੇ ਨਾਲ ਹੋਣਾ ਸੀ? ਦੇਖੋ ਜੇ ਇਹ ਨੌਜਵਾਨਾਂ ਨੇ ਕੀ ਕਰਿਆ, ਕੈਮਰਿਆਂ ਦਾ ਕੰਮ ਕਰਦੇ ਨਹੀਂ, ਸਾਡੇ ਉਰੇ ਜਾਣਦੇ ਨਹੀਂ ਕੈਮਰਿਆਂ ਬਾਰੇ ਜਾਣਕਾਰੀ ਆ। ਹੋ ਸਕਦਾ ਇਹਨਾਂ ਸਮੇਂ ਮੈਂ ਹੁੰਦਾ ਤਾਂ ਅਸੀਂ DVR ਨਹੀਂ ਸਾਹਮਣਾ ਸੀ, ਇਹਨਾਂ ਨੇ DVR ਅੱਗ ਚੋਂ ਕੱਢ ਲਿਆ। ਉਦੋਂ ਜੇ ਕਿਤੇ ਉਹ ਨਾ ਨਿਕਲਦਾ, ਨਾ ਆਉਂਦਾ DVR, ਤਾਂ ਸਾਨੂੰ ਉਹ ਲੇਡੀ ਜੀ ਤਾਂ ਬਿਲਕੁਲ ਸੱਕੇ ਨਹੀਂ ਜਾਣਾ ਸੀ। ਪਤਾ ਨਹੀਂ ਕਿੰਨੇ ਬੇਦੌਕੇ, ਕਿੰਨੇ ਕੁੱਟੇ ਜਾਂਦੇ, ਕਿੰਨੇ ਮਾਰੇ ਜਾਂਦੇ, ਕਿੰਨੀਆਂ ਸਾਡੇ ਪਿੰਡ 'ਚ ਪਾਰਟੀਆਂ ਬਣਨੀਆਂ ਸੀ, ਕਿਹਨੇ ਉਹ ਕਰਨਾ ਸੀ। ਇੱਕ ਨੂੰ ਪੁਲਿਸ ਚੱਕਦੀ, ਉਹ ਕਹਿੰਦਾ ਉਹਨੇ ਫੜਾਤੇ, ਉਹ ਦੂਜੇ ਨੂੰ ਚੱਕਦੀ ਤਾਂ ਉਹ ਕਹਿੰਦਾ ਉਹਨੇ ਫੜਾਤੇ। ਤੇ ਇਹਦੇ 'ਚ ਇਹ ਆ ਜਿਹੜੇ ਨੌਜਵਾਨ ਨੇ, ਮੇਰੀ SSP ਸਾਹਿਬ ਨਾਲ ਗੱਲ ਹੋਈ ਸੀ, ਮੈਂ ਕਿਹਾ ਜੀ ਦੇਖੋ ਬਾਕੀ ਗੱਲਾਂ ਜਿਹੜੀਆਂ ਹੋਈਆਂ ਨੇ ਉਹਦੇ 'ਚ ਨੌਜਵਾਨਾਂ ਨੇ ਬਹੁਤ ਉਹ ਕੀਤਾ। ਉਹ ਕਹਿੰਦੇ ਵੀ ਮੈਂ 15 ਅਗਸਤ ਤੇ ਸਨਮਾਨਿਤ ਵੀ ਕਰਾਊਂਗਾ, ਅਸੀਂ ਵੀ ਕਮੇਟੀ ਵੱਲੋਂ ਸਨਮਾਨਿਤ ਕਰਾਂਗੇ। ਇਹਨਾਂ ਦਾ ਜ਼ਿੰਦਗੀ ਭਰ ਅਸੀਂ ਮੈਂ ਕਹਿੰਦਾ ਕਰਜ਼ ਨਹੀਂ ਉਤਾਰ ਸਕਦੇ ਨੌਜਵਾਨਾਂ ਦਾ, ਕਿ ਉਸ ਟਾਈਮ ਇਹ ਦੇਖੋ ਇਹਨਾਂ ਨੇ ਕਿੰਨੀ ਮਰਿਆਦਾ ਵੀ ਰੱਖੀ, ਇੰਨੀ ਅੱਗ ਦੇ ਵਿੱਚ ਜੁੱਤੀ ਨਹੀਂ ਪਾਈ ਇਹਨਾਂ ਨੇ, ਨੰਗੇ ਪੈਰੀ ਗਰਮ ਪੌੜੀ ਦੇ ਉੱਤੋਂ ਦੀ ਚੜ੍ਹ ਕੇ ਫਿਰ ਜਾ ਕੇ ਉਹ ਸਾਰੇ ਮਹਾਰਾਜ ਦੇ ਸਰੂਪ ਲਿਆਤੇ। ਜਿਸ ਤਰ੍ਹਾਂ ਇਹ ਨੌਜਵਾਨ, ਨਾਮ ਕੀ ਤੁਹਾਡਾ? ਮੇਰਾ ਨਾਮ ਬੱਗਾ ਜੀ। ਇਹ ਉਹ ਨੌਜਵਾਨ ਹੈ ਬੱਗਾ ਸਿੰਘ ਜਿਹੜੇ ਸਭ ਤੋਂ ਪਹਿਲਾਂ ਇੱਥੇ ਪਹੁੰਚੇ ਨੇ। ਤੁਸੀਂ ਇੱਥੇ ਜਦੋਂ ਆਏ ਹੋ ਕੀ ਕੁਝ ਤੁਸੀਂ ਕੀਤਾ, ਕੀ ਦੇਖਿਆ ਉਸ ਟਾਈਮ? ਜਦੋਂ ਜੀ ਮੈਂ ਆਇਆ ਇੱਥੇ ਬਹੁਤ ਜ਼ਿਆਦਾ ਅੱਗ ਲੱਗੀ ਹੋਈ ਸੀ। ਸਾਡਾ ਘਰ ਬਿਲਕੁਲ ਨਾਲ ਹੀ ਪੈਂਦਾ ਗੁਰਦੁਆਰਾ ਸਾਹਿਬ ਦੇ। ਮੈਂ ਉੱਥੇ ਟਰੈਕਟਰ ਧੋ ਰਿਹਾ ਸੀਗਾ ਆਪਣਾ, ਤੇ ਸਾਹਮਣੇ ਇੱਕ ਬੰਦਾ ਬੈਠਾ ਸੀ, ਉਹਨੇ ਮੈਨੂੰ ਆਵਾਜ਼ ਮਾਰੀ ਵੀ ਗੁਰੂ ਘਰੇ ਅੱਗ ਲੱਗ ਗਈ। ਮੈਂ ਉਸੇ ਤਰ੍ਹਾਂ ਪਾਈਪ ਛੱਡ ਕੇ ਜਦੋਂ ਭੱਜ ਕੇ ਆਇਆ ਤਾਂ ਇੱਥੇ ਬਹੁਤ ਜ਼ਿਆਦਾ ਅੱਗ ਲੱਗੀ ਹੋਈ ਸੀ। ਤੇ ਉਸ ਤੋਂ ਬਾਅਦ ਸਾਨੂੰ ਕੁਝ ਵੀ ਨਹੀਂ ਸੁੱਝ ਰਿਹਾ ਸੀ। ਮੇਰੇ ਆਉਣ ਤੋਂ ਪਹਿਲਾਂ ਇੱਥੇ 1 ਜਾਂ 2 ਜਣੇ ਸੀਗੇ, ਤੇ ਸਾਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ ਸੀ ਵੀ ਅਸੀਂ ਕੀ ਕੀਤੀ ਹੈ, ਕੀ ਕਰੀਏ। ਤੇ ਉਸ ਤੋਂ ਬਾਅਦ ਮੈਂ ਗੇਟ ਤੋੜੇ ਨੇਗੇ, ਬਹੁਤ ਔਖੇ ਤੋੜੇ। ਮੇਰੇ ਕੋਲੇ ਕੋਈ ਸੰਦ ਵੀ ਨਹੀਂ ਸੀਗਾ ਜਿਹਦੇ ਨਾਲ ਮੈਂ ਤੋੜਾਂ। ਉਸ ਤੋਂ ਬਾਅਦ ਮਿਸਤਰੀ ਨੇ ਸਾਡੇ ਉਹ ਰੋਡ ਲੈ ਕੇ ਆਏ, ਉਹਦੇ ਨਾਲ ਮੈਂ ਗੇਟ ਤੋੜੇ ਤੇ ਲੱਤਾਂ ਮਾਰ ਮਾਰ ਮੈਂ ਗੇਟ ਤੋੜੇ। ਉਸ ਤੋਂ ਬਾਅਦ ਜਦੋਂ ਗੇਟ ਤੋੜ ਲਏ, ਜਦੋਂ ਅਸੀਂ ਅੰਦਰ ਆਉਣ ਦੀ ਕੋਸ਼ਿਸ਼ ਕੀਤੀ, ਬਿਲਕੁਲ ਨਹੀਂ ਆਏਗਾ। ਬਹੁਤ ਜ਼ਿਆਦਾ ਅੱਗ ਸੀ ਤੇ ਅੱਗ ਤੋਂ ਜ਼ਿਆਦਾ ਧੂੰਆਂ ਸਾਨੂੰ ਬਿਲਕੁਲ ਨਹੀਂ ਐਂਟਰ ਹੋਣ ਦੇ ਰਿਹਾ ਸੀਗਾ। ਅਸੀਂ ਫਿਰ ਵੀ ਬਹੁਤ ਤਸੱਦਦ ਦੇ ਨਾਲ ਜਦੋਂ ਐਂਟਰ ਹੋਏ, ਇੱਥੇ ਆ ਕੇ ਮੈਂ ਕੋਸ਼ਿਸ਼ ਕੀਤੀ ਦੇਖਣ ਦੀ, ਕੁਝ ਵੀ ਨਹੀਂ ਦਿਖਿਆ। ਉਸ ਤੋਂ ਬਾਅਦ ਅਸੀਂ ਨੇ ਦੇਖਿਆ ਵੀ ਇੱਥੇ ਦਾ ਜੋ ਕੁਝ ਮਹਾਰਾਜ ਦੀ ਉਹ ਸਰੂਪ ਸੀਗੇ ਉਹ ਤਾਂ ਅਗਨ ਭੇਟ ਹੋ ਗਏ ਸੀਗੇ। ਫਿਰ ਮੇਰਾ ਖਿਆਲ ਗਿਆ ਵੀ ਸੱਚਖੰਡ ਦੇ ਵਿੱਚ ਜੋ 6 ਸਰੂਪ ਪਏ ਨੇ ਵੀ ਉਹ ਸਾਂਭੇ ਜਾਣ, ਉਹਨਾਂ ਨੂੰ ਅਸੀਂ ਰੱਖਿਆ ਕੀਤੀ। ਤੇ ਜਦੋਂ ਸੱਚਖੰਡ ਵੱਲ ਅਸੀਂ ਵਧੇ ਤਾਂ ਉੱਥੇ ਵੀ ਬਹੁਤ ਜ਼ਿਆਦਾ ਅੱਗ ਸੀ, ਤੁਸੀਂ ਦੇਖ ਸਕਦੇ ਹੋ ਜੀ। ਹਰ ਕੈਮਰਾਮੈਨ ਉਹ ਦਿਖਾ ਦਿਓ ਜਿੱਥੇ ਇਸ ਟਾਈਮ ਪਾਲਕੀ ਸਾਹਿਬ ਪਏ ਨੇ ਸੜੇ ਹੋਏ। ਇੱਥੇ ਪਹਿਲਾਂ ਨੌਜਵਾਨ ਹਰਪ੍ਰੀਤ ਸਿੰਘ ਪਹੁੰਚਿਆ, ਜਿਹੜਾ ਮਹਾਰਾਜ ਜੀਆਂ ਦੇ ਪਵਿੱਤਰ ਦੇਹਾਂ ਨੂੰ ਉੱਥੋਂ ਇੱਕ ਇੱਕ ਕਰਕੇ ਚੁੱਕਦਾ ਰਿਹਾ। ਤੇ ਪੌੜੀ ਦੇ ਵਿੱਚ ਨੌਜਵਾਨ ਖੜੇ ਸਨ, ਜਿਹੜੇ ਇਹ ਨੌਜਵਾਨ ਨੇ ਜਿਸ ਦੇ ਉੱਪਰ ਇਹ ਦੋਸ਼ ਲਾਇਆ ਜਾ ਰਿਹਾ ਕਿ ਨੰਗੇ ਸਿਰ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਕੇ ਲਈ ਫਿਰੇਗੇ, ਜਦੋਂ ਕਿ ਝੂਠ ਹੈ ਬਿਲਕੁਲ। ਇਹ ਗੱਲ ਵੀਡੀਓ ਇਹਨਾਂ ਨੌਜਵਾਨਾਂ ਦੇ ਕੋਲ ਹੈ, ਇਹਨਾਂ ਦੇ ਕੋਲ ਉਹ ਵੀਡੀਓ ਮੌਜੂਦ ਹੈ। ਤੁਸੀਂ ਚੈਨਲ ਦੇ ਉੱਪਰ ਪੂਰੀ ਦੁਨੀਆ ਦੇ ਵਿੱਚ ਇਸ ਵੀਡੀਓ ਨੂੰ ਵੀ ਨਾਲੋਂ ਨਾਲ ਹੁਣ ਦੇਖ ਰਹੇ ਹੋ, ਜੋ ਕੁਝ ਇਹਨਾਂ ਤੇ ਇਲਜ਼ਾਮ ਲਾਏ ਗਏ ਨੇ। ਜੇਕਰ ਆਪਾਂ ਗੱਲ ਕਰੀਏ ਇੱਥੇ ਜਿਹੜੀਆਂ ਜਿੰਨੇ ਵੀ ਲੋਕ ਪਹੁੰਚੇ ਨੇ, ਉਹਨਾਂ ਲੋਕਾਂ ਦੇ ਵਿੱਚ ਜਿਹੜੇ ਸਾਧੂ ਮਹਾਤਮਾ ਨੇ, ਕਿਹੜੇ ਕਿਹੜੇ ਸੰਤ ਮਹਾਤਮਾ ਪਹੁੰਚੇ ਨੇ, ਕਿਹੜੀ ਸੰਪਰਦਾਇ ਦੇ ਮੁੱਖ ਤੌਰ ਤੇ ਹੁਣ ਤੱਕ 25 ਤਰੀਕ ਤੋਂ 28 ਤੱਕ? ਉਹ ਤਾਂ ਪਰਸੋਂ ਆਏ ਸੀਗੇ, ਮਹਾਲੀ ਵਾਲੇ ਸੰਤ ਆਏ ਸੀਗੇ, ਲਾਹੌਰਾਂ ਵਾਲੇ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਆਏ, ਭਾਈ ਹਰਜਿੰਦਰ ਸਿੰਘ ਮਾਝੀ ਜੀ ਕਥਾਵਾਚਕ ਆਏ, ਤੇ ਹੋਰ ਮਤਲਬ ਕਿ ਜਿਹੜੇ ਜਥੇਬੰਦੀਆਂ ਦੇ ਆਗੂ ਸੀ ਉਹ ਆਏ, ਹਾਂਜੀ ਮੰਡ ਸਿੰਘ ਤੇ ਅਜਨਾਲਾ ਸਾਹਿਬ। ਤੇ ਉਦੋਂ ਬਾਅਦ ਦੇ ਵਿੱਚ ਬਾਬਾ ਜੀ ਇੱਕ ਆਪਣੇ ਉੱਥੋਂ ਨੇਗੇ ਜਿਹੜੇ ਉਹ ਆਏ ਸੀ। ਹਾਂਜੀ, ਅੱਛਾ। ਇਹਨਾਂ ਤੋਂ ਇਲਾਵਾ ਜਿਹੜੇ ਜਿਸ ਤਰ੍ਹਾਂ ਆਪਣੇ ਏਰੀਆ ਦੇ ਵਿੱਚ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਜਿਨ੍ਹਾਂ ਦਾ ਬੜਾ ਸਟਾਰ ਪ੍ਰਚਾਰਕ ਨੇ, ਉਹਨਾਂ ਤੋਂ ਇਲਾਵਾ
ਜਿਹੜੇ ਮੁੱਖ ਤੌਰ ਜਿਹੜੀਆਂ ਸੰਪਰਦਾਵਾਂ ਨੇ ਉਹਨਾਂ ਦੇ ਵਿੱਚੋਂ ਜਿਵੇਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਕਹਿ ਲਈਏ, ਉਹਨਾਂ ਤੋਂ ਇਲਾਵਾ ਦਮਦਮੀ ਟਕਸਾਲ ਦੇ ਬਾਬਾ ਹਰਨਾਮ ਸਿੰਘ ਧੁੰਮਾ ਜੀ ਹੋ ਗਏ, ਭਾਈ ਹਰਜੀਤ ਸਿੰਘ ਢਪਾਲੀ, ਜਿਹੜੇ ਸਟਾਰ ਪ੍ਰਚਾਰਕ ਨੇ ਜਿਨ੍ਹਾਂ ਦਾ ਮੁੱਖ ਤੌਰ ਤੇ ਅੱਗੇ ਨਾਮ ਆਉਂਦਾ ਹੈ। ਜਾਂ ਇਹਨਾਂ ਦੇ ਵਿੱਚੋਂ ਡਾਕਟਰ ਉਦੋਕੇ ਕੌਣ ਇੱਥੇ ਪਹੁੰਚੇ ਨੇ 25 ਤੋਂ 28 ਤੱਕ? ਵੀਰ ਜੀ ਉਹਨਾਂ ਵਿੱਚੋਂ ਕੋਈ ਨਹੀਂ ਆਇਆ। ਭਾਈ ਰਣਜੀਤ ਸਿੰਘ ਢੱਡਰੀਆਂ ਨੇ ਸਾਨੂੰ ਪਹੁੰਚੇ? ਬਾਬਾ ਰਣਜੀਤ ਸਿੰਘ ਦੇ ਉੱਤੇ ਵੀ ਬਹੁਤ ਜ਼ਿਆਦਾ ਗੁੱਸਾ ਹੈਗਾ ਤੇ ਬਹੁਤ ਜ਼ਿਆਦਾ ਸਾਡੇ ਮਨ ਦੇ ਵਿੱਚ ਨਿਰਾਸ਼ ਹੈ। ਅਸੀਂ ਸਾਰਾ ਨਗਰ ਉਹਨਾਂ ਦੇ ਨਾਲ ਜੁੜਿਆ ਹੋਇਆ ਸੀਗਾ। ਜਦੋਂ ਉਹਨਾਂ ਤੇ ਕੋਈ ਭੀੜ ਪੈਂਦੀ ਸੀ ਅਸੀਂ ਉਹ ਟਰਾਲੀਆਂ ਭਰ ਕੇ ਜਾਂਦੇ ਸੀਗੇ। ਅਸੀਂ ਬਾਬਾ ਜੀ ਨੂੰ ਇਹ ਪੁੱਛਣਾ ਚਾਹੁੰਦੇ ਵੀ ਕੀ ਗੱਲ ਅੱਜ 3-4 ਦਿਨ ਹੋ ਚੁੱਕੇ ਨੇ, ਤੁਹਾਡੇ ਬਿਲਕੁਲ ਨਜ਼ਦੀਕ ਇਹ ਘਟਨਾ ਵਾਪਰ ਗਈ ਹੈ ਕਿ ਤੁਹਾਨੂੰ ਹੁਣ ਇਹ ਬਿਲਕੁਲ ਨਹੀਂ ਪਤਾ ਲੱਗਿਆ? ਉਂਝ ਤਾਂ ਤੁਸੀਂ ਵੀਡੀਓ ਦੇਖਦੇ ਹੋਗੇ ਵੀ ਬਾਹਰ ਕਿੱਥੇ ਕੀ ਹੋ ਗਿਆ, ਕਿੱਥੇ ਕੀ ਹੋ ਗਿਆ, ਉਹਨਾਂ ਦੇ ਵਿਸ਼ੇ ਦੇ ਉੱਤੇ ਤੁਸੀਂ ਅੱਧੇ ਘੰਟੇ ਦੇ ਬਾਅਦ ਹੀ ਆਪਣਾ ਕਲਿੱਪ ਪਾ ਦਿੰਦੇ ਹੋ ਵੀ ਹੁਣ ਤੁਹਾਨੂੰ ਆਉਣ ਦੀ ਜਗ੍ਹਾ ਤੇ ਸਾਨੂੰ ਕੋਈ ਫੋਨ ਰਾਹੀਂ ਵੀ ਮੈਸੇਜ ਨਹੀਂ ਕਰਿਆ ਹੈਗਾ ਵੀ ਹਾਂ ਤੁਹਾਡੇ ਨਾਲ ਅਸੀਂ ਇਹ ਗੱਲ ਦਾ ਦੁੱਖ ਸਾਂਝਾ ਕਰਦੇ ਹਾਂ। ਮਤਲਬ ਛੋਟੀ ਤੋਂ ਛੋਟੀ ਗੱਲ, ਕੋਈ ਚਾਹੇ ਦੀਪ ਸਿੱਧੂ ਨੇ ਕੁਝ ਕਹਿਤਾ, ਕਿਸੇ ਲੱਖੇ ਸਿਧਾਣੇ ਨੇ ਕਹਿਤਾ, ਉਗਰਾਹਾਂ ਨੇ ਕਹਿਤਾ, ਇਹ ਅਕਾਲੀ ਦਲ ਨੇ ਕਹਿਤਾ, ਇਹ ਕੇਜਰੀਵਾਲ ਨੇ ਕਹਿਤਾ, ਉਹ ਪਾਉਂਦੇ ਰਹਿੰਦੇ ਨੇ। ਤੇ ਤੁਹਾਡੇ ਪਿੰਡੋਂ ਸੰਗਤ ਵੀ ਜਾਂਦੀ, ਜਿਵੇਂ ਹਰਪ੍ਰੀਤ ਸਿੰਘ ਦੱਸ ਰਿਹਾ ਸੀ ਉੱਥੇ? ਸਾਰੇ ਜਾਂਦੇ ਜੀ ਅਸੀਂ। ਠੀਕ ਹੈ। ਹਾਂਜੀ ਹਾਂ। ਤੁਸੀਂ ਉੱਥੇ ਟਰਾਲੀ ਲੈ ਕੇ ਜਾਂਦੇ ਹੋ ਢੱਡਰੀਆਂ? ਸਾਡੇ ਸਾਰੇ ਉਹਨਾਂ ਜਿਵੇਂ ਇਹਨਾਂ ਨੇ ਦੱਸਿਆ ਕਿ ਭਾਈ ਸਾਹਿਬ ਨਹੀਂ ਪਹੁੰਚੇ, ਉਹਨਾਂ ਦੀ ਕੋਈ ਮੁੱਖ ਕਮੇਟੀ ਜਿਹੜੀ ਅੱਗੇ ਮੇਨ ਉਹ ਬੰਦੇ ਵੀ ਨਹੀਂ ਆਏ? ਕੁਝ ਵੀ ਨਹੀਂ ਪਹੁੰਚਿਆ, ਉਹਨਾਂ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਉਹਨਾਂ ਦਾ ਜੀ। ਠੀਕ ਹੈ। ਪਿੰਡਿਆਂ ਦਾ ਕੁਝ ਵੀ ਨਹੀਂ ਪਹੁੰਚਿਆ ਜੀ, ਕੋਈ ਇੱਕ ਸੁਨੇਹਾ ਵੀ ਨਹੀਂ ਆਇਆ ਜੀ। ਜਿਨ੍ਹਾਂ ਨੇ ਰਾਜਨੀਤੀ ਕਰਨੀ ਆ ਮਾੜੀ ਮੋਟੀ ਉਹ ਆ ਜਾਂਦੇ ਨੇ, ਨਹੀਂ ਛੇਤੀ ਕੋਈ ਆਉਂਦਾ ਹੀ ਨਹੀਂ। ਕੰਟਰੋਵਰਸੀ ਕੌਣ ਲੋਕ ਇੱਥੇ ਆ ਰਹੇ ਨੇ? ਦੇਖੋ ਜੀ, ਰਾਜਨੀਤੀ ਪਾਰਟੀ ਦਾ ਤਾਂ ਜਿਵੇਂ ਹੁਣ ਕਹਿੰਦੇ ਨੇ ਕਿ ਵੀ ਉਰੇ ਕੋਈ ਨਹੀਂ ਆਇਆ। ਜੇ ਗਰਗ ਸਾਹਿਬ ਉੱਥੇ ਭਵਾਨੀਗੜ੍ਹ ਪਹੁੰਚੇ, ਪਿੰਡ ਵੀ ਉਹਨਾਂ ਨੂੰ ਜ਼ਿਆਦਾ ਦੂਰ ਨਹੀਂ ਸੀ ਸਾਡਾ। ਠੀਕ ਹੈ। ਇੱਥੇ ਵੀ ਆ ਗਰਗ ਸਾਹਿਬ ਇੱਥੇ ਨਹੀਂ ਆਏ, ਯਾਨੀ ਉਹ ਭਵਾਨੀਗੜ੍ਹ ਆਏ ਤੇ ਹੋਰ ਕੋਈ ਵੀ ਆਗੂ ਰਾਜਨੀਤਿਕ ਆਗੂ ਉਹ ਨਹੀਂ ਉਰੇ ਪਹੁੰਚਿਆ, ਕੋਈ ਨਹੀਂ ਆਇਆ ਜੀ। ਅੱਛਾ, ਜਦੋਂ ਆਪਾਂ ਕਿਉਂਕਿ ਇਹ ਹਮੇਸ਼ਾ ਅਕਾਲੀ ਦਲ ਬਾਦਲ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਸਾਨੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ ਫਰਮਾਨ ਹੈ, ਮੀਰੀ ਪੀਰੀਆਂ ਦੋ ਤਲਵਾਰਾਂ, ਰਾਜਨੀਤੀ ਵੀ ਤੇ ਧਰਮ ਦੋਨੇ ਚੀਜ਼ਾਂ ਜੋੜ ਕੇ। ਜੇਕਰ ਅਸੀਂ ਅੱਜ ਗੁਰੂ ਮਹਾਰਾਜ ਦੀ ਆਪਾਂ ਤਾਬਿਆਂ 'ਚ ਹਜ਼ੂਰੀ 'ਚ ਖੜੇ ਹਾਂ ਤਾਂ ਕੀ ਇੱਥੇ ਫਿਰ ਜਿਹੜੀ ਗੁਰੂ ਸਾਹਿਬ ਦੇ ਧਰਮ ਦੇ ਨਾਲ ਕੀ ਰਾਜਨੀਤਿਕ ਲੋਕਾਂ ਦਾ ਪਹਿਲੇ ਦਿਨ ਹੀ ਤੁਰੰਤ ਪਹੁੰਚਣਾ ਫਿਰ ਇੱਥੇ ਫਰਜ਼ ਨਹੀਂ ਸੀ? ਫਰਜ਼ ਬਣਦਾ ਸੀ ਜੀ, ਪਰ ਉਹ ਆਏ ਨਹੀਂ। ਸਾਨੂੰ ਜੀ ਬਹੁਤ ਰੋਸ ਆ ਜੀ। ਕਹਿ ਲਈਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਮਤਲਬ ਸਧਾਰਨ ਮਨੁੱਖ ਤੋਂ ਵੀ ਹੇਠਾਂ ਸਮਝ ਚੁੱਕੇ ਨੇ ਲੋਕ। ਹਾਂ ਵੀਰ ਜੀ, ਹਾਂ ਬਿਲਕੁਲ ਜੀ। ਜਦੋਂ ਸਰ ਵੋਟਾਂ ਦੀ ਜ਼ਰੂਰਤ ਹੁੰਦੀ ਹੈ ਉਦੋਂ ਤਾਂ ਹਰ ਇੱਕ ਹੀ ਪਹੁੰਚ ਸਕਦਾ ਗਾ। ਹੁਣ ਬਲਜਿੰਦਰ ਸਿੰਘਲਾ ਗਾ, ਹੁਣ ਤੁਸੀਂ ਦੇਖੋ ਵੀ ਆਪਣੇ ਪੰਜਾਬ ਦਾ ਸਿੱਖਿਆ ਮੰਤਰੀ ਆ ਉਹ, ਕਿ ਬਲਜਿੰਦਰ ਸਿੰਘਲਾ ਇਸ ਟਾਈਮ ਕੈਨੇਡਾ 'ਚ ਬੈਠਾ ਗਾ, ਕਿ ਉਹਨੂੰ ਪਤਾ ਨਹੀਂ ਲੱਗਦਾ ਵੀ ਏਡੀ ਵੱਡੀ ਘਟਨਾ ਵਾਪਰ ਗਈ, ਕਿ ਸਕੂਲਾਂ 'ਚ ਮੋਬਾਈਲ ਵੰਡਣ ਜੋਗੀ ਨੂੰ ਉਹ, ਕਿ ਗੁਰੂ ਸਾਹਿਬ ਦਾ ਨਹੀਂ ਪਤਾ ਲੱਗਿਆ ਉਹਨਾਂ ਨੂੰ। ਉਹ ਸਾਡੇ ਪਿੰਡ 'ਚ ਸਿਰਫ ਵੋਟਾਂ ਕਰਕੇ ਆ ਸਕਦੇ ਨੇ। ਇੰਨੇ ਦਿਨ ਹੋ ਗਏ ਕਿ ਉਹਨਾਂ ਨੂੰ ਖੁਦ ਨੂੰ ਪਤਾ ਲੱਗਿਆ। ਜਦੋਂ ਗਰਗ ਸਾਹਿਬ ਪਹੁੰਚ ਸਕਦੇ ਆ ਤੇ ਸਿੰਗਲੇ ਨੂੰ ਕਿਹੜਾ ਕੋਈ ਜ਼ਿਆਦਾ ਦੂਰ ਲੱਗਦਾ ਸੀਗਾ ਜੀ। ਜਿਹੜੇ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਉਹ ਕਾਫੀ ਸਤਿਕਾਰਯੋਗ ਨੇ ਪਟਿਆਲਾ ਦੇ ਵਿੱਚ, ਜੇ ਵੇਖਿਆ ਜਾਵੇ ਆਲੇ ਦੁਆਲੇ ਉਹ ਕਾਫੀ ਪਹੁੰਚ ਕਰਦੇ ਨੇ। ਕਿ ਉਹਨਾਂ ਵੱਲੋਂ ਨਹੀਂ ਕੋਈ ਫੋਨ ਆਇਆ ਜਾਂ ਕੋਈ ਗੱਲ? ਨਹੀਂ ਵੀਰ ਜੀ, ਸਾਨੂੰ ਕਿਸੇ ਵੀ ਲੀਡਰ ਦਾ ਫੋਨ ਨਹੀਂ ਆਇਆ। ਜੇਕਰ ਇੱਕ ਸਾਡੀ ਹੋਰ ਮੰਗ ਹੈ ਜੀ ਪ੍ਰਸ਼ਾਸਨ ਨੂੰ। ਪ੍ਰਸ਼ਾਸਨ ਨੇ ਜੈਪਾਲ ਭੁੱਲਰ ਨੂੰ ਕਲਕੱਤਾ 'ਚ ਲੱਭ ਕੇ ਇਨਕਾਊਂਟਰ ਕਰਤਾ ਜੀ। ਜੋ ਉਹਨਾਂ ਦਾ ਪਰਿਵਾਰ ਉਹਨੂੰ ਫਰਾਰ ਆ, ਉਹਨੂੰ ਹੁਣ ਤੱਕ ਨਹੀਂ ਪ੍ਰਸ਼ਾਸਨ ਲੱਭ ਸਕਿਆ। ਅਸੀਂ ਉਸ 'ਤੇ ਵੀ ਸਵਾਲ ਚੁੱਕਦੇ ਹਾਂ ਵੀ ਉਹ ਹੁਣ ਕਿਉਂ ਨਹੀਂ ਲੱਭ ਰਹੇ। ਜੈਪਾਲ ਭੁੱਲਰ ਕਿਵੇਂ ਲੱਭ ਗਿਆ ਪ੍ਰਸ਼ਾਸਨ ਨੂੰ? 1 ਮਹੀਨੇ ਵਿੱਚ ਲੱਭ ਗਿਆ ਪ੍ਰਸ਼ਾਸਨ ਨੂੰ। ਇਹ ਤਾਂ ਉਹਦਾ ਹੈ ਪੰਜਾਬ 'ਚ ਨੇ, ਉਹ ਬੈਠਾ ਵੀ ਕਿੰਨੀ ਦੂਰ ਜਾ ਕੇ ਸੀ ਕਲਕੱਤਾ 'ਚ। ਅਸੀਂ ਵੀ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਵੀ ਇਹਦੀ ਵੀ ਜਾਂਚ ਕੀਤੀ ਜਾਵੇ। ਠੀਕ ਹੈ।